शास्त्र खट चढ़ जाए अंत लखे बदरो समय जाओ काल कृपा कराए कहाँ कुछ प्रभु हमारी वर्णन सके ना जो तुम्हारी हम ना कृत कर सिद्ध तुम्हारी आप ले तुम कथा सुधारी पिता जन्म ज्यों पूत न पावै कहाँ तवन का भेद बतावै फिर घर बैस हो हर जन प्यारे सतगुर तुमरे काज सवारे दुष्ट दूत परमेश्वर मारे जन की पैज रखी करतारे बाद सहसा वस कर दीने अमृत नाम महारस पीने निर्भो होए पुजो भगवान साध संत मिल के नाम सतनाम 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 ਸਾਰੇ ਜਿਤਨੇ ਕਿ ਸਤਿਗੁਰਾਂ ਦੇ ਸੱਚਖੰਡ ਦਰਬਾਰ ਵਿੱਚ ਹਾਜ਼ਰ ਹਾਂ। ਆਪਾਂ ਸਾਰੇ ਵਡਭਾਗੀ ਹਾਂ ਜਿਨ੍ਹਾਂ ਨੂੰ ਹਜ਼ੂਰ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਹਰੀ ਜਸ ਹਰੀ ਕੀਰਤਨ ਸੁਣਨ ਵਾਸਤੇ ਪ੍ਰਾਪਤ ਹੋਇਆ ਹੈ। ਇਸ ਭਿਆਨਕ ਕਲਯੁਗ ਦੇ ਸਮੇਂ ਦੇ ਵਿੱਚ ਗੁਰਬਾਣੀ ਦੀ ਹੀ ਪ੍ਰਧਾਨਤਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਵ ਤਰੇ ਸਗਲੇ ਕੁਲ ਤਾਰੇ ਹਰ ਦਰਗੇ ਪਥ ਸਿਉ ਜਾਇਂਦਾ। ਕਲਯੁਗ ਦੇ ਵਿੱਚ ਕੀਰਤਨ ਦੀ ਪ੍ਰਧਾਨਤਾ ਹੈ, ਗੁਰਬਾਣੀ ਦੀ ਪ੍ਰਧਾਨਤਾ ਹੈ। ਵੱਡੇ ਭਾਗਾਂ ਵਾਲਿਆਂ ਨੂੰ ਇਹ ਸਮਾਂ ਨਸੀਬ ਹੁੰਦਾ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਬਿਨਾਂ ਭਾਗਾਂ ਤੋਂ ਸਤ ਸੰਗ ਦੀ ਪ੍ਰਾਪਤੀ ਹੁੰਦੀ ਨਹੀਂ। ਸੰਗਤ ਤੋਂ ਬਿਨਾਂ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਪਾਪਾਂ ਦੀ ਮੈਲ ਉਹ ਦੂਰ ਨਹੀਂ ਹੁੰਦੀ। ਸੰਗਤ ਵਿੱਚ ਮਿਲ ਕੇ ਗੁਰਬਾਣੀ ਸੁਣਨੀ, ਗੁਰਬਾਣੀ ਪੜ੍ਹਨੀ, ਇਹ ਪਾਪਾਂ ਰੂਪੀ ਮੈਲ ਨੂੰ ਧੋ ਦਿੰਦੀ ਹੈ। ਜਿਵੇਂ ਸਾਬਣ ਦੇ ਲਾਇਆ ਕੱਪੜੇ ਦੇ ਵਿੱਚੋਂ ਮੈਲ ਸਾਫ਼ ਹੁੰਦੀ ਹੈ, ਮੈਲ ਨਿਕਲਦੀ। ਇਸੇ ਤਰ੍ਹਾਂ ਹੀ ਬੁੱਧੀ ਜਿਹੜੀ ਹੈ ਅਹੰ ਬੁੱਧ ਕਰ ਪੂਰ ਥੰਦਾਈ, ਹੰਕਾਰ ਵਾਲੀ ਬੁੱਧੀ ਜਿਹੜੀ ਇੱਥੇ ਆਈ ਹੈ, ਇਸਦੇ ਵਿੱਚ ਇਸਦੇ ਸਹਿਤ ਮਤ ਜਿਹੜੀ ਹੈ ਪਾਪਾਂ ਕਰਕੇ ਮੈਲੀ ਹੋ ਚੁੱਕੀ ਹੈ। ਸੌਧ ਧੂਰ ਕਰ ਸੁਧ ਮਜਾਈ, ਸੰਗਤ ਦੀ ਜਿਹੜੀ ਧੂੜੀ ਮਿਲਦੀ ਹੈ ਇਸ ਦੇ ਨਾਲ ਇਹ ਪਾਪਾਂ ਰੂਪੀ ਮੈਲ ਜੋ ਥੰਧਿਆਈ ਦੇ ਸਹਿ ਤੋਂ ਸਾਫ਼ ਹੋ ਜਾਂਦੀ ਹੈ।
ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਇੱਥੋਂ ਤੱਕ ਕਥਨ ਕਰਦੇ ਹਨ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜੋ ਮਨੁੱਖ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦਾ, ਉਹਦੇ ਜੀਵਨ ਪਿੱਛੇ ਵੀ ਤਰਕਾਰ ਸੀ, ਜੋ ਹੁਣ ਜੀਵ ਰਹੇ ਹਨ ਉਸ ਨੂੰ ਵੀ ਤਰਕਾਰ ਹੈ, ਜੋ ਅੱਗੇ ਨੂੰ ਜਿਉਣਗੇ ਉਸ ਨੂੰ ਵੀ ਤਰਕਾਰ ਹੈ। ਤਿੰਨ ਕਾਲ ਤਿੰਨ ਸਮੇਂ ਹਨ, ਭੂਤ ਭਵਿਸ਼ ਵਰਤਮਾਨ। ਜਿਹੜਾ ਕੱਲ ਦਾ ਸਮਾਂ, ਕੱਲ ਦਾ ਦਿਨ ਲੰਘ ਗਿਆ, ਸਾਡਾ ਭੂਤ ਦਾ ਹੈ। ਜਿਹੜਾ ਆ ਹੁਣ ਸਮਾਂ ਚੱਲ ਰਿਹਾ ਸਾਡਾ ਭਵਿਸ਼ ਹੈ। ਜੋ ਕੱਲ ਨੂੰ ਆਵੇਗਾ ਉਹ ਸਾਡਾ ਅੱਗੇ ਨੂੰ ਫਿਊਚਰ ਬਣ ਜਾਣਾ ਹੈ। ਇਹ ਤਿੰਨ ਸਮੇਂ ਜਿਹੜੇ ਹਨ, ਇਹ ਤਿੰਨੇ ਹੀ ਵਿਅਰਥ ਤਰਕਾਰ ਰੂਪ ਹਨ। ਜਿਹੜੇ ਗੁਰਬਾਣੀ ਦਾ ਕੀਰਤਨ ਨਹੀਂ ਸੁਣਦੇ, ਸੰਗਤ ਵਿੱਚ ਨਹੀਂ ਆਉਂਦੇ, ਉਹਨਾਂ ਦੀ ਬਹੁਤ ਹੀ ਸੋਢ ਬੰਸ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਇਉਂ ਕਥਨ ਕਰਦੇ ਹਨ, ਜਿਉਣਾ ਤਰਕਾਰ ਜੀ ਸੰਗਤ ਤੋਂ ਹੀ ਵਾਜੋ, ਜਿਉਣਾ ਤਰਕਾਰ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜੋ ਸਤਿਗੁਰਾਂ ਦੀ ਸੰਗਤ ਵਿੱਚ ਨਹੀਂ ਆਉਂਦੇ, ਉਹਨਾਂ ਦਾ ਜਿਹੜਾ ਪਿੱਛੇ ਜੀਵਨ ਸੀ 100 ਵਾਰ ਫਿਟੇ ਮੂੰਹ ਕਿਹਾ ਜਾਵੇ ਇੱਕ ਤਰਕਾਰ ਬਣਦੀ ਹੈ। ਸੈਂਕੜੇ ਵਾਰ ਉਹਨਾਂ ਨੂੰ ਫਿਟੇ ਮੂੰਹ ਹੈ। ਜਿਹੜੇ ਸੰਗਤ ਤੋਂ ਹੀਣੇ ਹਨ, ਸੰਗਤ ਵਿੱਚ ਨਹੀਂ ਆਉਂਦੇ, ਉਹਨਾਂ ਦਾ ਪਿੱਛੇ ਜੀਵੇ ਜੋ ਵੀ ਤਰਕਾਰ ਵਿਅਰਥ ਹੈ। ਜੋ ਹੁਣ ਜਿਉ ਰਹੇ ਹਨ ਉਹ ਵੀ ਵਿਅਰਥ ਹੈ, ਜੋ ਅੱਗੇ ਜਿਉਣਗੇ ਉਹ ਵੀ ਵਿਅਰਥ ਹੈ, ਤਰਕਾਰ ਰੂਪ ਹੈ। ਆਓ ਸਮਾਂ ਉਹ ਲੇਖੇ ਵਿੱਚ ਹੈ, ਉਮਰ ਉਹਾ ਵਿੱਚ ਲੇਖੇ ਦੇ। ਜੋ ਯਾਦ ਸਾਈਂ ਦੀ ਵਿੱਚ ਗੁਜ਼ਰੇ, ਪਾਉਂਦੀ ਹੈ ਮੁਜਰੇ। ਨਹੀਂ ਤਾਂ ਸਾਨੂੰ ਹਾਸਲ ਕੀ ਹੈ, ਇਸ ਵਿੱਚ ਨੀਲੇ ਹੁਜਰੇ, ਸੰਜ ਤੇ ਫਜਰੇ। ਉਮਰ ਸਮਾਂ ਉਹ ਲੇਖੇ ਵਿੱਚ ਹੈ ਜੋ ਰੱਬ ਦੀ ਯਾਦ ਵਿੱਚ ਲੰਘਦਾ ਹੈ। ਨਹੀਂ ਤਾਂ ਦਿਨ ਤੇ ਰਾਤ, ਸੁਬਾਹ ਤੇ ਸ਼ਾਮ ਦਾ ਜੋ ਸਮਾਂ ਲੰਘ ਰਿਹਾ ਹੈ ਉਹ ਵਿਅਰਥ ਹੈ, ਕਿਸੇ ਵੀ ਲੇਖੇ ਵਿੱਚ ਨਹੀਂ। ਸਾਹਿਬ ਦੱਸਦੇ ਹਨ, ਭਈ ਪ੍ਰਾਪਤ ਮਾਨਖ ਦਿਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਸਲ ਕੰਮ ਇਹ ਹੈ, ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਜਸ ਕਰਨਾ। ਆਪਣਾ ਮਨੁੱਖਾ ਜਨਮ ਇਉਂ ਸਫਲਾ ਹੁੰਦਾ ਹੈ।
ਇਹੋ ਤੇਰੀ ਵਾਰੀ ਹੈ ਗੋਬਿੰਦ ਇਹੋ ਤੇਰੀ ਵਾਰੀ ਹੈ ਪ੍ਰਾਪਤ ਮਾਨਖ ਦੇਹਰੀਆ। ਦੇਹਲੀ ਦੇ ਉੱਪਰ ਦੀਵਾ ਰੱਖਿਆ ਹੋਵੇ, ਉਹਦਾ ਅੰਦਰ ਵੀ ਚਾਨਣਾ ਹੁੰਦਾ, ਬਾਹਰ ਵੀ ਚਾਨਣਾ ਹੁੰਦਾ ਹੈ। ਇਸ ਨੂੰ ਦੇਹਲੀ ਦੀਪਕ ਪ੍ਰਮਾਣ ਕਹਿੰਦੇ ਹਨ। ਜੋ ਮਨੁੱਖਾ ਸਰੀਰ ਹੈ ਇਹ ਦੇਹਲੀ ਦੇ ਦੀਵੇ ਉੱਤੇ ਸਮਾਨ ਹੈ। ਇਸ ਦੇ ਨਾਲ ਅਸੀਂ ਆਪਣਾ ਮਨੁੱਖਾ ਜਨਮ ਵੀ ਸੰਵਾਰਨਾ ਹੈ ਔਰ ਦੁਨੀਆ ਦੇ ਵਿਹਾਰ ਜਿਹੜੇ ਹਨ ਇਸ ਨੂੰ ਵੀ ਸਿੱਧ ਕਰਨੇ ਹਨ। ਨਾ ਤਾਂ ਕੰਮਕਾਰ ਛੱਡਿਆ ਹੀ ਮਨੁੱਖ ਦਾ ਸਰਦਾ ਹੈ ਔਰ ਬਲਕਿ ਦੋਨੋਂ ਹੀ ਕੰਮ ਇਸ ਦੇ ਨਾਲ ਸਵਾਰਨੇ ਹਨ। ਪਰਲੋਕ ਵੀ ਸੰਵਾਰਨਾ, ਨਿਰਾ ਧੰਦਿਆਂ ਦਾ ਹੀ ਕੀੜਾ ਨਹੀਂ ਬਣਨਾ ਵੀ ਸਾਰਾ ਦਿਨ ਚਿਜੜੀ ਵਾਂਗ ਧੰਦਿਆਂ ਵਿੱਚ ਖੱਚਤ ਹੋ। ਪਰਲੋਕ ਦਾ ਪਤਾ ਵੀ ਨਾ ਹੋਵੇ, ਉਹਨਾਂ ਨੂੰ ਪਸ਼ੂਆਂ ਦੇ ਸਮਾਨ ਦੱਸਿਆ ਹੈ। ਮਨੁੱਖ ਦਾ ਫਰਜ਼ ਹੈ ਨਾਲੇ ਦਾ ਵਿਹਾਰ ਕਰਨਾ। ਸਹਿ ਮਹਾਨ ਭਗਤ ਬਾਬਾ ਨਾਮਦੇਵ ਜੀ ਮਹਾਰਾਜ ਦਾ ਪਿੱਤਰ ਵਚਨ ਹੈ, ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਆਓ ਜੀ ਦਸਾਂ ਨਹਾਂ ਦੀ ਕਿਰਤ ਕਮਾਈ ਕਰਦੇ, ਉਹਦੇ ਵਿੱਚੋਂ ਦਸਵੰਧ ਕੱਢਦੇ ਔਰ ਸੰਤਾਂ ਨੂੰ ਛਕਾ ਕੇ ਆਪ ਛਕਿਆ ਕਰਦੇ। ਹੱਥੀਂ ਕਿਰਤ ਕਰਦੇ, ਚਿੱਤ ਰੱਬ ਦੇ ਨਾਲ ਲਾਉਂਦੇ ਔਰ ਹੱਥਾਂ ਨਾਲ ਆਪਣੀ ਕਿਰਤ ਕਮਾਈ ਕਰਦੇ। ਇਹਨਾਂ ਦਾ ਬੜਾ ਭਾਰੀ ਪ੍ਰਤਾਪ, ਸਾਰੇ ਇਹਨਾਂ ਦੀ ਵਡਿਆਈ ਹੋ ਰਹੀ ਹੈ। ਤਰਲੋਚਨ ਜੀ ਇਹਨਾਂ ਦੇ ਮਨ ਵਿੱਚ ਖਿਆਲ ਹੋਇਆ ਵੀ ਨਾਮਦੇਵ ਜੀ ਦੇ ਦਰਸ਼ਨ ਕਰੀਏ। ਬੜੀ ਦੂਰੋਂ ਚੱਲ ਕੇ ਇਹਨਾਂ ਦਰਸ਼ਨ ਕਰਨ ਵਾਸਤੇ ਆਏ। ਦੇਖੀਏ ਵੀ ਉਹ ਕਿਸ ਜੋਤੀ ਦੁਆਰਾ ਨਾਮ ਜਪਦੇ ਹਨ। ਬੜਾ ਲੋਕਾਂ ਦੇ ਵਿੱਚ ਅੱਜ ਉਹਨਾਂ ਦਾ ਜਸ ਹੋ ਰਿਹਾ ਹੈ। ਕਿਸ ਜੋਤੀ ਨਾਲ ਨਾਮ ਜਪਦੇ ਹਨ, ਪੁੱਛ ਕੇ ਆਈਏ ਕੋਈ ਜੋਤੀ, ਕਿਉਂਕਿ ਮਹਾਂਪੁਰਖ ਨੂੰ ਮਹਾਂਪੁਰਖ ਮਿਲਦੇ ਹਨ। ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਝੱਖ ਮਾਰੀ। ਸੰਤਾਂ ਨਾਲ ਬਚਨ ਵਿਲਾਸ ਕਰਨਾ, ਇਹਦੇ ਵਿੱਚੋਂ ਲਾਭ ਮਿਲਦਾ ਹੈ। ਮੂਰਖਾਂ ਦੇ ਨਾਲ ਬੋਲਣ ਦੇ ਵਿੱਚ ਘਾਟਾ ਹੁੰਦਾ, ਪਤਾ ਨਹੀਂ ਕੀ ਬੋਲਣਾ। ਮਹਾਂਪੁਰਖਾਂ ਦੇ ਨਾਲ ਬਚਨ ਵਿਲਾਸ ਕਰਨੇ ਪਰਮਾਰਥ ਦੇ ਕੁਛ ਲਾਹਾ ਮਿਲਿਆ ਕਰਦਾ ਹੈ ਸੰਗਤ ਵਿੱਚੋਂ। ਇਉਂ ਵਿਚਾਰ ਕੇ ਜਦ ਪੁੱਛ ਪੁਛਾ ਕੇ ਆਏ ਤਾਂ ਕੀ ਦੇਖਦੇ ਹਨ, ਬਾਬਾ ਨਾਮਦੇਵ ਜੀ ਆਪਣੇ ਚੰਦੇ ਠਾਪ ਰਹੇ ਹਨ। ਆਪ ਜੀ ਬਸਤਰ ਧੋਣ ਦਾ ਕੰਮ ਕਰਦੇ ਸੀ, ਨਾਲੇ ਬਸਤਰ ਛਾਪਣੇ
ਧੋਣੇ ਇਹ ਵਿਹਾਰ ਕਰਦੇ। ਜਦ ਇਸਨੇ ਦੇਖਿਆ ਵੀ ਇਹ ਤਾਂ ਧੰਦਿਆਂ ਦੇ ਵਿੱਚ ਖੱਚਤ ਹੈ, ਲੋਕ ਇਹਦਾ ਬੜਾ ਜਸ ਕਰਦੇ ਹਨ ਕਿ ਬਹੁਤ ਵੱਡਾ ਭਗਤ ਹੈ, ਪਰ ਆ ਤਾਂ ਮੈਂ ਕੁਝ ਹੋਰ ਹੀ ਦੇਖਿਆ। ਦੇਖਣ ਵਿੱਚ ਕੋਈ ਚੀਜ਼ ਹੋਰ ਹੁੰਦੀ ਹੈ, ਦੇਖਣ ਸੁਣਨ ਵਿੱਚ ਕੁਝ ਹੋਰ ਆਉਂਦੀ ਹੈ। ਸੁਣਦੇ ਸੀ ਇਹਨਾਂ ਦਾ ਬੜਾ ਭਾਰੀ ਜਸ ਵਡਿਆਈ, ਕਿੱਦਾਂ ਰਾਤ ਰੱਬ ਦੇ ਨਾਲ ਸੁਰਤ ਜੁੜੀ ਰਹਿੰਦੀ, ਪਰ ਆ ਤਾਂ ਧੰਦਿਆਂ ਦਾ ਕੀੜਾ ਹੀ ਬਣਿਆ ਹੋਇਆ। ਜਿਵੇਂ ਹੋਰ ਲੋਕ ਧੰਦਿਆਂ ਵਿੱਚ ਖੱਚਤ ਹਨ, ਉਸੇ ਤਰ੍ਹਾਂ ਹੀ ਨਾਮਦੇਵ ਖੱਚਤ ਹੈ। ਇਹਦੇ ਵਿੱਚ ਤਾਂ ਲੋਕਾਂ ਵਿੱਚ ਕੀ ਫਰਕ ਹੋਇਆ? ਇਹਦੇ ਵਿੱਚ ਤਾਂ ਲੋਕਾਂ ਵਿੱਚ ਕੀ ਫਰਕ ਹੋਇਆ? ਇਹ ਵੀ ਕੰਮਕਾਰ ਵਿੱਚ ਲੱਗਾ, ਲੋਕ ਵੀ ਲੱਗੇ ਹਨ। ਕਿਹੜੇ ਟਾਈਮ ਨਾਮ ਜਪਦਾ ਹੋਊਗਾ, ਉਸ ਸਮੇਂ ਦੇ ਮਨ ਵਿੱਚ ਕੁਤਰਕ ਪੈਦਾ ਹੋ ਗਈ, ਸੰਸਾ ਪੈਦਾ ਹੋ ਗਿਆ। ਜਦ ਆਏ ਨਾਮਦੇਵ ਜੀ ਨੇ ਉੱਠ ਕੇ ਸਤਿਕਾਰ ਕੀਤਾ। ਉਹਨਾਂ ਨੂੰ ਪਤਾ ਸੀ ਤਰਲੋਚਨ ਜੀ ਭਗਤ ਹਨ, ਰੱਬ ਦੇ ਪਿਆਰੇ ਹਨ। ਗਲ ਦੇ ਨਾਲ ਲਾ ਕੇ ਮਿਲੇ, ਆਵੋ ਭੈਣੇ ਗਲ ਮਿਲੇ, ਅੰਖ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ, ਸਮਰਥ ਕੰਤ ਕੀਆਂ, ਸੱਚੇ ਸਹਿਬ ਸਭਗੁਣ ਔਗੁਣ ਸਭ ਸਾਹਾ। ਭੈਣੇ ਆਓ ਰੱਬ ਦੀਆਂ ਗੱਲਾਂ ਕਰੀਏ। ਬੈਠੇ ਤਰਲੋਚਨ ਜੀ ਕਹਿਣ ਲੱਗੇ, ਨਾਮਦੇਵ ਜੀ ਪਹਿਲੇ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਜਿਵੇਂ ਹੋਰ ਲੋਕ ਧੰਦਿਆਂ ਵਿੱਚ ਖੱਚਤ ਹਨ, ਉਸੇ ਤਰ੍ਹਾਂ ਤੁਸੀਂ ਕੰਮਾਂ ਕਾਰਾਂ ਦੇ ਵਿੱਚ ਖੱਚਤ ਹੋ, ਤੁਹਾਡੇ ਵਿੱਚ ਤੇ ਹੋਰ ਲੋਕਾਂ ਵਿੱਚ ਕੀ ਫਰਕ ਹੋਇਆ? ਜਿਵੇਂ ਹੋਰ ਲੋਕ ਮਾਇਆ ਵਿੱਚ ਦਿਨ ਰਾਤ ਖੱਚਤ ਹਨ, ਉਸੇ ਤਰ੍ਹਾਂ ਤੇਰਾ ਮਨ ਵੀ ਮਾਇਆ ਵਿੱਚ ਖੱਚਤ ਹੈ। ਜਿੰਨੇ ਧੰਦੇ ਸਭ ਮਾਇਆ ਰੂਪ ਹੀ ਹਨ, ਤੇ ਤੇਰਾ ਲੋਕਾਂ ਵਿੱਚ ਬੜਾ ਭਾਰੀ ਜਸ ਹੋ ਰਿਹਾ ਹੈ। ਕਿਹੜੀ ਗੱਲ ਦਾ ਜਸ ਹੈ? ਉਹ ਤਾਂ ਧੰਦਿਆਂ 'ਚ ਖੱਚਤ ਹੈ। ਇਉਂ ਆਪਣੇ ਮਨ ਦਾ ਜਿਹੜਾ ਸੰਸਾ ਸੀ, ਉਹ ਨਾਮਦੇਵ ਜੀ ਦੇ ਉੱਪਰ ਉਹਨਾਂ ਨੇ ਇੱਕ ਤਰਕ ਕੀਤੀ। ਨਾਮ ਮਾਇਆ ਮੋਇਆ, ਉਹ ਦੂਸਰਾ ਬਾਤ ਚੱਲ ਜਾਂਦਾ। ਨਾਮ ਮਾਇਆ ਮੋਇਆ, ਕਹੇ ਤਲੋਚਨ ਮੀਤ, ਕਾਹੇ ਛਿਪੋ ਛਾਇਲ, ਰਾਮ ਨਾ ਲਾਵੋ ਚੀਤ। ਨਾਮਦੇਵ ਜੀ ਤੁਸੀਂ ਤਾਂ ਮਾਇਆ ਦੇ ਵਿੱਚ ਖੱਚਤ ਹੋ, ਜਿਵੇਂ ਹੋਰ ਦੁਨੀਆ ਮਾਇਆ ਵਿੱਚ ਖੱਚਤ ਹੈ, ਉਸੇ ਤਰ੍ਹਾਂ ਤੂੰ ਖੱਚਤ ਹੈ। ਤੇਰੇ ਵਿੱਚ ਤੇ ਲੋਕਾਂ ਵਿੱਚ ਕੀ ਭੇਦ ਫਰਕ ਹੋਇਆ? ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ, ਕਾਹੇ ਛਿਪੋ ਛਾਇਲ, ਰਾਮ ਨਾ ਲਾਵੋ ਚੀਤ। ਤੂੰ ਰਾਮ ਦੇ ਨਾਲ ਕਿਹੜੇ ਵੇਲੇ ਚਿੱਤ ਲਾਉਂਦਾ ਹੋਵੇਂਗਾ? ਦਿਨ ਰਾਤ ਧੰਦਿਆਂ ਦੇ ਵਿੱਚ ਖੱਚਤ ਹੈ, ਕੰਮਾਂ ਕਾਰਾਂ ਦੇ ਵਿੱਚ। ਨਾਮਦੇਵ ਜੀ ਕਹਿਣ ਲੱਗੇ, ਤਰਲੋਚਨ ਜੀ ਤੁਸੀਂ ਤਾਂ ਰੱਬ ਦੇ ਭਗਤ ਹੋ, ਤੁਹਾਨੂੰ ਤਾਂ ਰੱਬ ਨੇ ਵਿਚਾਰ ਦਿੱਤੀ। ਕੋਈ ਅਣਜਾਣ ਤਾਂ ਸੰਸਾ ਕਰੇ ਤਾਂ ਚੰਗਾ ਲੱਗੇ, ਪਰ ਤੁਹਾਡੇ ਵਰਗੇ ਸਿਆਣੇ ਸੰਸਾ ਕਰਨ ਤਾਂ ਫੇਰ ਕਿੱਥੇ ਟਿਕਾਣਾ। ਤੁਹਾਨੂੰ ਇਹ ਨਹੀਂ ਪਤਾ ਵੀ ਨਾਮ ਜਪਣਾ ਹੱਥਾਂ ਪੈਰਾਂ ਦਾ ਕੰਮ ਹੈ, ਜਾਣ ਕੇ ਸੁਰਤ ਦਾ ਖਿਆਲ ਦਾ। ਜੇ ਹੱਥਾਂ ਪੈਰਾਂ ਨਾਲ ਕੰਮ ਨਾ ਕਰੀਏ ਤਾਂ ਕੀ ਰੋਟੀ ਦੇ ਵਾਸਤੇ ਲੋਕਾਂ ਤੋਂ ਮੰਗਦੇ ਫਿਰੀਏ, ਮੰਗਤੇ ਬਣ ਕੇ? ਰੱਬ ਦਾ ਭਗਤ ਹੋ ਕੇ ਲੋਕਾਂ ਤੋਂ ਮੰਗਦਾ ਫਿਰੇ ਤੇ ਇਹਦੇ ਵਿੱਚ ਫਿਰ ਰੱਬ ਦੀ ਹੀ ਬਦਨਾਮੀ ਹੈ। ਇੱਕ ਬਾਦਸ਼ਾਹ ਦਾ ਪੁੱਤਰ ਹੋ ਕੇ ਮੰਗਤਾ ਬਣੇ, ਵਾਹਿਗੁਰੂ ਸ਼ਹਿਨਸ਼ਾਹ ਉਹਦਾ ਪੁੱਤਰ ਬਣ ਕੇ, ਉਹਦਾ ਭਗਤ ਬਣ ਕੇ ਲੋਕਾਂ ਤੋਂ ਮੰਗੇ ਖਾਣ ਵਾਸਤੇ। ਰੱਬ ਦੇ ਭਗਤ ਨੇ ਤਾਂ ਲੋਕਾਂ ਨੂੰ ਦੇਣਾ ਹੈ, ਵੰਡ ਕੇ ਛਕਣਾ ਹੈ, ਦੇ ਕੇ ਛਕਣਾ ਹੈ, ਨਾ ਕਿ ਲੋਕਾਂ ਦੇ ਮੂਹਰੇ ਹੱਥ ਅੱਡਣਾ ਹੈ। ਪਹਿਲੇ ਸਮਿਆਂ ਦੇ ਵਿੱਚ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਿਸੇ ਤੋਂ ਮੰਗਦੇ ਨਹੀਂ ਸੀ, ਜਾਂਦੇ ਮਾਮਲਾ ਗਰਾਉਣ ਵਾਸਤੇ। ਜੇ ਉਹਨਾਂ ਨੇ ਪੈਸੇ ਕਿਤੇ ਲੈਣੇ ਆ ਤਾਂ ਐ ਨਹੀਂ ਸੀ ਮੰਗਣ ਜਾਣਾ, ਮਾਮਲਾ ਗਰਾਉਣ ਜਾਣਾ ਖਾਲਸੇ ਨੇ। ਉਹਨਾਂ ਸਮਿਆਂ ਦੇ ਵਿੱਚ ਲੋਕ 5 ਦਵਣੇ ਹੱਥ ਤੇ ਰੱਖ ਦਿੰਦੇ, ਉਹਦੇ ਵਿੱਚੋਂ 1 ਰੁਪਈਆ ਨਿਹੰਗ ਸਿੰਘ ਚੱਕ ਲੈਂਦਾ ਸੀ। ਇਤਨੇ ਸੰਤੋਖੀ ਹੁੰਦੇ ਸੀ।
जी अज मेरा ख्याल 1000 आखदे तो 1000 ही चक लो। इतने संतोखी सी भी असीं बादशाह हाँ, बादशाह दे पुत्र मामला कराउने हाँ। हथ अड्ड के रुपया नहीं सी लैंदे, हथ दे उपरों चकदे सीगे। सो जिवें किसी नूं कोई डाली लैके मिलदा है तो उहदे विचों शरधा अनुसार चक लैंदा। इस तरह संतोखी कलगियां वाले दे सिख किसी तो मंगदे नहीं सी, हथ नहीं सी अड्डदे। इस तरह भगत जी कहन लगे रब दे प्यारे, रब दे भगत की हथ अड्ड के लोगों तो मंगण। भगत जिहड़ा ਉਹਦੀ ਤਾਂ ਸੁਰਤ ਜਿਹੜੀ ਰੱਬ ਦੇ ਨਾਲ ਹਰ ਵਕਤ ਜੁੜੀ ਰਹਿੰਦੀ ਹੈ। ਉਸ ਸਮੇਂ ਭਗਤ ਜੀ ਅਸਲੀ ਜਿਹੜਾ ਨਿਸ਼ਾਨਾ ਹੈ ਉਹ ਇਉਂ ਦੱਸਦੇ ਹਨ। ਚਿਤ ਹਰੀ ਦੇ ਨਾਮ ਵੱਲ ਵਾਏ ਤਰਲੋਚਨ ਜੀ ਦਾ ਇੱਕ ਕੁਐਸਚਨ ਸਵਾਲ ਸੀ ਭਗਤ ਨਾਮਦੇਵ ਜੀ ਦੇ ਉੱਪਰ। ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ ਕਾਹੇ ਸ਼ੀਪੋ ਸ਼ਾਇਲੇ ਰਾਮ ਨਾ ਲਾਵੋ ਚੀਤ। ਨਾਮਦੇਵ ਜੀ ਤੁਸੀਂ ਤਾਂ ਦਿਨ ਰਾਤ ਧੰਦਿਆਂ ਵਿੱਚ ਖੱਚੇ ਤੋਂ ਕਿਹੜੇ ਟਾਈਮ ਤੁਸੀਂ ਰੱਬ ਦਾ ਨਾਮ ਜਪਦੇ ਹੋਗੇ। ਨਾਮਦੇਵ ਜੀ ਉੱਤਰ ਦਿੰਦੇ ਹਨ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਦੇਖੋ ਭਗਤਾਂ ਦੀਆਂ ਜੁਗਤੀਆਂ, ਭਗਤਾਂ ਦੇ ਕਿਤਨੇ ਅਨੁਭਵ ਤੇ ਕਿਤਨੇ ਉੱਚੇ ਖਿਆਲ ਹੁੰਦੇ ਹਨ। ਅਸੀਂ ਕਹਿੰਦੇ ਹਾਂ ਜੀ ਸਾਨੂੰ ਤਾਂ ਸਿਰ ਖੋਕਣਾ ਨਹੀਂ ਮਿਲਦਾ, ਕਿਹੜੇ ਟਾਈਮ ਨਾਮ ਜਪੀ, ਸਾਨੂੰ ਤਾਂ ਜੀ 1 ਮਿੰਟ ਦਾ ਵੇਲ ਨਹੀਂ। ਪਰ ਕਿਤਨੀਆਂ ਬੜੀਆਂ ਬੜੀਆਂ ਜੁਗਤੀਆਂ ਮਹਾਂਪੁਰਖ ਸਾਡੇ ਵਾਸਤੇ ਦੱਸਦੇ ਹਨ। ਨਾਮਦੇਵ ਜੀ ਤਰਲੋਚਨ ਜੀ ਨੂੰ ਮੁੱਖ ਰੱਖ ਕੇ ਸਾਨੂੰ ਸਾਰਿਆਂ ਨੂੰ ਜੁਗਤੀ ਦੱਸਦੇ ਹਨ, ਕੰਮ ਛੱਡਣਾ ਨਹੀਂ, ਕੰਮ ਕਰਨਾ ਹੈ, ਪਰ ਕੰਮ ਕਰਦਿਆਂ ਹੋਇਆਂ ਹੀ ਆਪਣਾ ਜਨਮ ਸਫਲਾ ਕਰਨਾ ਹੈ। ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ। ਮੁਖ ਤੇ ਦਾ ਰਾਮ ਸੰਭਾਲਣਾ, ਰੱਬ ਨੂੰ ਕਦੇ ਭੁੱਲਣਾ ਨਹੀਂ। ਇਹ ਨਹੀਂ ਵੀ ਕੰਮ ਕਾਰ ਕਰਦਿਆਂ ਰੱਬ ਨੂੰ ਭੁੱਲ ਜਾਵੇ, ਨਹੀਂ, ਹਰ ਵਕਤ ਰੱਬ ਨੂੰ ਯਾਦ ਕਰਨਾ ਹੈ। ਮਹਾਂਪੁਰਖ ਬੜੀਆਂ ਬੜੀਆਂ ਜੁਗਤੀਆਂ ਦੁਆਰਾ ਸਮਝਾਉਂਦੇ ਹਨ।
ਚੁਗੇ ਚਤਾਰੇ ਭੀ ਚੁਗੇ, ਚੁਗ ਚੁਗ ਚਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮ ਤਾਰੇ। ਕੂੰਜਾਂ ਆਉਂਦੀਆਂ ਨੇ ਸਾਡੇ ਦੇਸ਼ ਅੱਸੂ ਕੱਤੇ ਕੱਤੇ ਵਿੱਚ, ਜਦ ਕਣਕਾਂ ਉੱਗ ਪੈਂਦੀਆਂ ਹਨ। ਪਹਾੜਾਂ ਵਿੱਚ ਆਪਣੇ ਬੱਚੇ ਦੇ ਆਉਂਦੀਆਂ ਹਨ, ਚੁਗਦੀਆਂ ਹਨ, ਚਤਾਰਦੀਆਂ, ਬੱਚੇ ਨੂੰ ਯਾਦ ਕਰਦੀਆਂ ਹਨ, ਫਿਰ ਚੁਗਦੀਆਂ ਚਤਾਰਦੀਆਂ ਹਨ। ਇਸ ਚਤਾਰਨ ਦੇ ਨਾਲ ਇਹ ਹੈ ਸਿਮਰਨ, ਯਾਦ ਰੱਖਣਾ ਕਿਸੇ ਨੂੰ। ਊੜੇ ਊੜ ਆਵੇ ਸਹਿ ਕੋਸਾ, ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਣ ਖਲਾਵੇ ਕਵਣ ਚਗਾਵੇ, ਮਨ ਮੈਂ ਸਿਮਰਨ ਕਰਿਆ। ਬਸ ਬੱਚਿਆਂ ਦਾ ਸਿਮਰਨ ਕਰਦੀਆਂ, ਯਾਦ। ਚੁਗੇ ਚਤਾਰੇ ਭੀ ਚੁਗੇ, ਚੁਗਦੀਆਂ ਹਨ, ਬੱਚਿਆਂ ਨੂੰ ਯਾਦ ਕਰ ਲੈਂਦੀਆਂ ਹਨ, ਫਿਰ ਚੁਗਦੀਆਂ ਯਾਦ ਕਰ ਲੈਂਦੇ। ਇਸ ਯਾਦ ਵਿੱਚ ਉਹਨਾਂ ਕੂੰਜਾਂ ਦੇ ਬੱਚੇ ਪਲ ਜਾਂਦੇ ਹਨ, ਪਲ ਜਾਂਦੇ ਹਨ। ਉਹਨਾਂ ਨਾ ਕੋਈ ਚੁਗਾਉਂਦਾ ਨਾ ਉਹਨਾਂ ਨੂੰ ਖਿਡਾਉਂਦਾ, ਬਸ ਇਸ ਸਿਮਰਨ ਦੇ ਯਾਦ ਦੇ ਵਿੱਚ ਉਹਨਾਂ ਦਾ ਪਾਲਣਾ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਕੰਮਕਾਰ ਕਰਦਿਆਂ ਹੋਇਆਂ ਖਿਆਲ ਜਿਹੜਾ ਰੱਬ ਦੇ ਵਿੱਚ ਜੋੜ ਕੇ ਰੱਖਣਾ ਹੈ। ਆਓ ਜਿਹੜੇ ਪ੍ਰੇਮੀ ਕੱਲ ਹਾਜ਼ਰ ਸਨ, ਕੱਲ ਆਪਣਾ ਪ੍ਰਸੰਗ ਚੱਲ ਰਿਹਾ ਸੀ ਕਲਗੀਆਂ ਵਾਲੇ ਪਾਤਸ਼ਾਹ ਦਾ ਅਵਤਾਰ ਦਿਹਾੜੇ ਦਾ। ਸਾਹਿਬਾਂ ਨੇ ਸੰਗਤ ਦੀ ਬੇਨਤੀ ਪ੍ਰਵਾਨ ਕੀਤੀ। ਪਾਤਸ਼ਾਹ ਲੋਕ ਅਵਤਾਰਾਂ ਦੇ ਇਤਿਹਾਸ ਲਿਖਦੇ ਹਨ, ਬਹੁਤ ਵਧਾ ਘਟਾ ਕੇ, ਜਾਇਜ਼ ਨਜਾਇਜ਼ ਅਵਤਾਰਾਂ ਨਾਲ ਗੱਲਾਂ ਜੋੜ ਦਿੰਦੇ ਹਨ। ਹਜ਼ੂਰ ਆਪ ਕਿਰਪਾ ਕਰਕੇ ਆਪਣੇ ਪਿੱਤਰ ਮੁਖਾਰ ਬਿੰਦ ਤੋਂ ਜੋ ਸੁਣਾਓਗੇ ਉਹਦੇ ਵਿੱਚ ਕਿਸੇ ਦੀ ਜ਼ਰੂਰਤ ਨਹੀਂ ਜੋ ਵਧਾ ਘਟਾ ਕੇ ਲਿਖੇ। ਸਹੀ ਇਤਿਹਾਸ ਸੰਗਤ ਦੇ ਸਾਹਮਣੇ ਆਊਗਾ। ਹਜ਼ੂਰ ਨੇ ਉਸ ਸਮੇਂ ਸੰਗਤ ਦੀ ਬੇਨਤੀ ਪ੍ਰਵਾਨ ਕੀਤੀ। ਜੋ ਆਦਿ ਸਮੇਂ ਦਾ ਇਤਿਹਾਸ ਸੀ ਸੋੜ ਬੰਸ ਦਾ, ਬੇਦੀ ਬੰਸ ਜਿਵੇਂ ਦੁਨੀਆ ਵਿੱਚ ਪ੍ਰਗਟ ਹੋਈ। ਜਿਨੇ ਵੇਦ ਪਠਿਓ ਸੋ ਬੇਦੀ ਕਹਾਏ, ਜਿਨ੍ਹਾਂ ਨੇ ਵੇਦ ਪੜ੍ਹਿਓ ਦੁਨੀਆ ਵਿੱਚ ਬੇਦੀ ਕਹਾਏ। ਔਰ ਸੋੜ ਸਨੌਰ ਦੇਸ਼ ਦੇ ਰਾਜਾ ਦੀ ਲੜਕੀ ਵਿਆਹੀ ਲਹੂ ਦੇ ਬੰਸ ਦੇ ਲੋਕਾਂ ਨੇ, ਕੁਸੂ ਦੇ ਬੰਸ ਦੇ ਲੋਕਾਂ ਨੇ। ਉਸ ਸਮੇਂ ਉਸ ਤੋਂ ਜੋ ਬੱਚਾ ਪੈਦਾ ਹੋਇਆ ਉਹਦਾ ਨਾਂ ਸਨੌਰ ਰਾਏ ਰੱਖਿਆ। ਉਸ ਤੋਂ ਜੋ ਬੰਸ ਪੈਦਾ ਹੋਈ ਉਹ ਤੋਂ ਸੋਢੀਆਂ ਦੀ ਬੰਸ ਚੱਲੀ। ਸਮਾਂ ਲੰਘਦਾ ਗਿਆ, ਉਹਨਾਂ ਨੇ ਖੁਸ਼ ਹੋ ਕੇ ਬੇਦੀਆਂ ਨੂੰ, ਸੋਢੀਆਂ ਨੇ ਬੇਦੀਆਂ ਨੂੰ ਰਾਜ ਦੇ ਦਿੱਤਾ। ਬੇਦੀ ਖੁਸ਼ ਹੋ ਕੇ ਕਹਿਣ ਲੱਗੇ ਕਿ ਕਲਯੁਗ ਦੇ ਵਿੱਚ ਗੁਰੂ ਨਾਨਕ ਦਾ ਅਵਤਾਰ ਹੋਗਾ। ਜਬ ਨਾਨਕ ਕਲ ਮੈਂ ਹਮ ਆਨ ਕਹਾਏ हैं, ਹੋ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ हैं। ਤੁਹਾਨੂੰ ਅਸੀਂ ਜਗਤ ਪੂਜ ਬਣਾਵਾਂਗੇ, ਤੁਹਾਡਾ ਤਾਂ ਹੈ ਰਾਜ ਵਾਪਸ ਦੇਵਾਂਗੇ। ਸਮਾਂ ਲੰਘਦਾ ਗਿਆ, ਕਲਯੁਗ ਦਾ ਸਮਾਂ ਆ ਗਿਆ। ਇਸ ਕਾ ਬਹੁ ਭਾਂਤ ਬਤਾਇਓ, ਜਨਮ ਸਮੇਂ ਨਾਨਕ ਆਇਓ। ਤਿੰਨ ਬੇਦੀਆਂ ਕੀ ਕੁਲ ਵਿਖੇ, ਪਲਟੇ ਨਾਨਕ ਰਾਏ। ਸਭ ਸਿੱਖਣ ਕੋ ਸੁਖ ਦੇ, ਜੈ ਤੈ ਪਏ ਸਹਾਏ। ਤਿੰਨੇ ਹੈ ਕਲ ਮੈਂ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ। ਜੋ ਤਾਂ ਕੇ ਮਾਰਗ ਮੋ ਆਏ, ਤੇ ਕਬਹੁ ਨ ਕਾਲ ਸੰਤਾਏ। ਜਿਹੜੇ ਗੁਰਸਿੱਖ ਗੁਰੂ ਦੀ ਸਿੱਖੀ ਧਾਰਨ ਕਰ ਲੈਂਦੇ ਹਨ, ਗੁਰੂ ਨਾਨਕ ਦੇ ਧਰਮ ਦੇ ਵਿੱਚ ਪੰਥ ਵਿੱਚ ਆ ਜਾਂਦੇ ਹਨ, ਫਿਰ ਉਹਨਾਂ ਨੂੰ ਜੰਮਣ ਮਰਨ ਦਾ ਕਸ਼ਟ ਦੁੱਖ ਨਹੀਂ ਹੁੰਦਾ। ਉਹ ਮੁਕਤ ਹੋ ਜਾਂਦੇ ਹਨ ਜੋ ਗੁਰੂ ਨਾਨਕ ਦੇ ਮਾਰਗ, ਸਿੱਖੀ ਮਾਰਗ ਧਰਮ ਨੂੰ ਧਾਰਨ ਕਰ ਲੈਂਦੇ ਹਨ। ਇੱਥੋਂ ਤੱਕ ਕਿ ਸੋਢੀ ਔਰ ਆਪਣੇ ਬੇਦੀ ਬੰਸ ਦਾ ਇਤਿਹਾਸ ਸਾਹਿਬਾਂ ਨੇ ਸੁਣਾਇਆ। ਅੱਗੇ ਹੁਣ ਗੁਰਪ੍ਰਣਾਲੀ ਸ਼ੁਰੂ ਹੁੰਦੀ ਹੈ। ਇੱਥੋਂ ਨਾਨਕ ਅੰਗਦ ਕੋ ਬਪ ਧਰਾ, ਗੁਰੂ ਨਾਨਕ ਦੇਵ ਮਹਾਰਾਜ ਨੇ ਸਮਾਂ ਪਾ ਕੇ ਆਪਣਾ ਚੋਲਾ ਬਦਲਿਆ। ਇਸ ਤਰ੍ਹਾਂ ਬਦਲ ਦਿੱਤਾ ਜਿਵੇਂ ਦੀਵੇ ਤੋਂ ਦੀਵਾ ਜਗਾ ਦਈਦਾ ਹੈ। ਨਾਨਕ ਅੰਗਦ ਕੋ ਬਪ ਧਰਾ, ਧਰਮ ਪ੍ਰਚੁਰ ਇਹੋ ਜਗ ਮੈਂ ਕਰਾ। ਅਮਰਦਾਸ ਪੁਨ ਨਾਮ ਕਹਾਇਓ, ਜਨ ਦੀਪਕ ਤੇ ਦੀਪ ਜਗਾਇਓ। ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਦੇ ਅੰਗਾਂ ਨਾਲ ਲਾ ਕੇ ਦੂਸਰਾ ਗੁਰੂ ਨਾਨਕ ਬਣ ਗਿਆ। ਦੂਸਰਾ ਗੁਰੂ ਨਾਨਕ ਜੋਤ ਹਾ ਜੋਤ ਸਾਇ ਸਹਿ ਕਾਇਆ, ਫੇਰ ਪਲਟੀਏ। ਜਿਉਂਦੀ ਵੇ ਤੋਂ ਦੀਵਾ ਜੀ ਅੰਗ ਪਰਸ ਕੇ ਅੰਗਦ ਬਣਿਆ। ਜਿਉਂਦੀ ਵੇ ਤੋਂ ਦੀਵਾ ਜੀ ਅੰਗ ਪਰਸ ਕੇ ਦੀਵਾ ਜਲੀ। ਅੰਗਦ ਬਣਿਆ
ਗੁਰੂ ਨਾਨਕ ਦੇ ਅੰਗਾਂ ਨਾਲ ਲੱਗ ਕੇ ਸ੍ਰੀ ਲਹਿਣਾ ਜੀ ਗੁਰੂ ਅੰਗਦ ਦਾ, ਗੁਰੂ ਨਾਨਕ ਦਾ ਦੂਸਰਾ ਰੂਪ ਧਾਰਨ ਕਰ ਗਏ। ਗੁਰੂ ਨਾਨਕ ਅੰਗਦ ਕੋ ਬਪ ਧਰਾ। ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਦਾ ਬਪ ਸਰੀਰ ਧਾਰਨ ਕਰ ਲਿਆ ਜੋਤ ਨੇ। ਜਿਵੇਂ ਇੱਕ ਚੋਲਾ ਲਾ ਕੇ ਮਨੁੱਖ ਇੱਕ ਪੋਸ਼ਾਕ ਡਰੈਸ ਦੂਸਰੀ ਬਦਲ ਲੈਂਦਾ ਹੈ, ਇਸੇ ਤਰ੍ਹਾਂ ਗੁਰੂ ਨਾਨਕ ਨੇ ਆਪਣਾ ਪਹਿਲਾ ਚੋਲਾ ਜਸ ਉਹ ਬਦਲ ਕੇ ਗੁਰੂ ਅੰਗਦ ਦੇਵ ਮਹਾਰਾਜ ਦਾ ਸਰੀਰ ਰੂਪੀ ਚੋਲਾ ਧਾਰਨ ਕਰ ਲਿਆ। ਆਪਣੀ ਜੋਤ ਜਿਹੜੀ ਸੀ ਉਹ ਗੁਰੂ ਅੰਗਦ ਦੇਵ ਮਹਾਰਾਜ ਦੇ ਵਿੱਚ ਟਿਕਾ ਦਿੱਤੀ। ਜੋਤਾਂ ਸਰੀਰ ਬਦਲਦਿਆਂ ਜੋਤ ਇੱਕੋ ਹੀ ਚੱਲ ਰਹੀ ਹੈ। ਜਿਵੇਂ ਇੱਕੋ ਹੀ ਮਨੁੱਖ 10 ਜਾਮੇ 10 ਚੋਲੇ ਬਦਲੇ, ਇਸੇ ਤਰ੍ਹਾਂ ਹੁਣ ਗੁਰੂ ਨਾਨਕ ਦੇਵ ਮਹਾਰਾਜ ਨੇ ਦੂਸਰਾ ਚੋਲਾ ਬਦਲ ਲਿਆ ਗੁਰੂ ਅੰਗਦ ਦੇਵ ਮਹਾਰਾਜ ਦਾ। ਧਰਮ ਪ੍ਰਚੋਰੇ ਹੋ ਜਗ ਮੈਂ ਕਰਾਂ, ਅਮਰਦਾਸ ਪੁਨ ਨਾਮ ਕਹਾਇਓ, ਜਨ ਦੀਪਕ ਤੇ ਦੀਪ ਜਗਾਇਓ। ਤਿਨ वरदान पुरातन दिया, जब वरदान समय वह आवा, रामदास सतगुरु कहावा। ਉਹ ਵਰ ਦਾ ਟਾਈਮ ਆ ਗਿਆ ਜੋ ਬੇਦੀਆਂ ਨੇ ਇਹ ਵਰ ਦਿੱਤਾ ਸੀ ਕਿ ਤੁਸੀਂ 3 ਵੇਦ ਸੁਣ ਕੇ ਸਾਨੂੰ ਚੌਥਾ ਵੇਦ ਸੁਣਨ ਸਾਰ ਰਾਜ ਦੇ ਦਿੱਤਾ ਹੈ। ਕਲਯੁਗ ਦੇ ਵਿੱਚ ਗੁਰੂ ਨਾਨਕ ਦੇ 3 ਰੂਪ ਹੋਣਗੇ। 3 ਜਨਮ ਹਮ ਹੋ ਜਬ ਤਰ ਹੈ, ਤਿਰਤੀ ਵੇਦ ਸੁਣਬੋ ਤੁਮ ਕੀਆ, चथर वेद सुन भूको दिया, 3 जन्म हम हूं जब तर है, चौथे जन्म गुरु तोहे कर हैं। ये जेडे 3 रूप हैं ये बेदियां दे हैं। त्रेहण ते भल्ले ये बेदी वंश विचों हैं। सो सोहड़ वंश चौथे ये गुरु रामदास महाराज ने ओहड़ा पिछला वर्ष बेदियां नेता होया वो समा आ गया। गुरु अमरदास महाराज ने तिह वरदान पुरातन दिया, अमरदास सुर पर मग लिया। सतगुरु अमरदास महाराज ने अपना वो वर दे के गुरता गद्दी राज जोग गुरु रामदास महाराज ने दे के आप जी सचखंड में चले गए। तिह वरदान पुरातन दिया, पुराना पहले जन्म का जिहड़ा सी वर दिता है वो दे के बाबा अमरदास जी महाराज सचखंड में चले गए। इस तरह ਇਹ ਗੁਰਪ੍ਰਣਾਲੀ ਸੋਢੀਆਂ ਦੀ ਤੇ ਬੇਦੀਆਂ ਦੀ ਸ਼ੁਰੂ ਹੁੰਦੀ ਹੈ। ਗੁਰੂ ਨਾਨਕ ਅੰਗਦ ਕਰ ਮਾਨਾ, ਅੰਗਦ ਅਮਰਦਾਸ ਪਹਿਚਾਨਾ। ਜਿਹੜੇ ਤਾਂ ਗੁਰਸਿੱਖ ਸੀ, ਜਿਨ੍ਹਾਂ ਦੇ ਮਨ ਵਿੱਚ ਪੂਰੀ ਭਾਵਨਾ, ਜਿਨ੍ਹਾਂ ਨੂੰ ਸੋਝੀ ਬਖਸ਼ੀ ਕਰਤਾਰ ਨੇ, ਉਹਨਾਂ ਲੋਕਾਂ ਨੇ ਗੁਰੂ ਨਾਨਕ ਨੂੰ ਗੁਰੂ ਅੰਗਦ ਰੂਪ ਕਰਕੇ ਪੂਜਿਆ। ਪਰ ਜਿਨ੍ਹਾਂ ਦੇ ਮਨ ਕਠੋਰ ਸੀ ਉਹਨਾਂ ਨੇ ਅਨੇਕ ਪ੍ਰਕਾਰ ਦੀਆਂ ਕਲਪਨਾ ਕੀਤੀਆਂ। ਗੁਰੂ ਅੰਗਦ ਦੇਵ ਮਹਾਰਾਜ ਤੇ ਵੀ ਤਰਕਾਂ ਕੀਤੀਆਂ, ਬਹੁਤ ਕੁਝ ਬੋਲਦੇ ਰਹੇ। ਪਰ ਸਿਆਣੇ ਗੁਰਸਿੱਖਾਂ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰੂ ਨਾਨਕ ਰੂਪ ਕਰਕੇ ਪੂਜਿਆ। ਗੁਰੂ ਨਾਨਕ ਅੰਗਦ ਕਰ ਮਾਨਾ, ਅੰਗਦ ਅਮਰਦਾਸ ਪਹਿਚਾਨਾ। ਗੁਰੂ ਅਮਰਦਾਸ ਮਹਾਰਾਜ ਨੂੰ ਅਮਰਦਾਸ ਕਰਕੇ ਪੂਜਣਾ ਕੀਤਾ। ਅਮਰਦਾਸ ਰਾਮਦਾਸ ਕਹਾਇਓ, ਗੁਰੂ ਅਮਰਦਾਸ ਮਹਾਰਾਜ ਹੀ ਗੁਰੂ ਰਾਮਦਾਸ ਦਾ ਰੂਪ ਧਾਰਨ ਕਰ ਗਏ। ਸਾਧਨ ਲਖਾ ਮੂੜ ਨਾ ਪਾਇਓ, पर इस गलों सियाणे गुरसिखां ने साधुआं ने जानिया। मूर्खां ने गल नहीं समझी भी ये की कौतक है की भाणा है। मूर्ख तो अड अड समझते रहे, गुरु नानक होर है, गुरु अंगद होर है, गुरु अमरदास होर है, गुरु रामदास होर है, अड अड शरीर समझते रहे। पर सियाणे गुरसिखां ने गल जानी, जो तोहा जो तसाए सह काया फेर पलटिए। ये तो ओहो ही जोग जुटी, सिर्फ शरीर की ही अदला बदली हो रही है। अमरदास रामदास कहायो, साधन लखा मूड़ न पायो, सबहू भिन्न भिन्न कर जाना, एक रूप किन्हू पहचाना। सारे ने अड अड करके जानिया, किसे विरले वडभागी ने 10 रूपां एक रूप करके जानिया। जिन जाना तिन ही सिद्ध पाई, बिन जाने सिद्ध हाथ न आई। जिन्हां ने 10 रूपां गुरु नानक तो लैके गुरु रामदास तक एक रूप करके जानिया, ਉਹਨਾਂ ਨੂੰ ਤਾਂ ਸਿੱਧੀ ਮਿਲ ਗਈ, ਉਹਨਾਂ ਦਾ ਹੋ ਗਿਆ ਭਲਾ। ਤੇ ਜਿਹੜੇ ਲੋਕ ਕਈ ਇਹੋ ਜਿਹੇ ਮੂਰਖ ਹਨ, ਕਈ ਕਹਿਣਗੇ ਤਾਂ ਗੁਰੂ ਨਾਨਕ ਦੇਵ ਜੀ ਬਹੁਤ ਹੀ ਵੱਡੇ ਤਾਕਤ ਵਾਲੇ ਸਨ, ਕਈ ਕਹਿਣਗੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਹੀ ਵੱਡੀ ਤਾਕਤ ਵਾਲੇ ਸਨ। ਬਹੁਤ ਸਾਰੇ ਹਿੱਸੇ ਵਿੱਚ ਹੀ ਝਗੜਾ ਕਰੀ ਜਾਂਦੇ ਹਨ। ਕੋਈ ਕਹਿੰਦਾ ਗੁਰੂ ਗੋਬਿੰਦ ਸਿੰਘ ਵੱਡਾ, ਕੋਈ ਕਹਿੰਦਾ ਗੁਰੂ ਨਾਨਕ ਵੱਡਾ ਹੈ। ਸਾਹਿਬਜ਼ਾਦਿਆਂ ਨੇ ਮੂਰਖਾਂ ਦਾ ਝਗੜਾ ਹੈ। 10 ਰੂਪਾਂ ਨੂੰ ਜਿਹੜਾ ਇੱਕ ਰੂਪ ਕਰਕੇ ਜਾਣਦੇ ਹਨ ਉਹਨਾਂ ਨੂੰ ਅਸਲੀ ਮੁਕਤੀ ਸਿੱਧੀ ਪ੍ਰਾਪਤ ਹੁੰਦੀ, ਉਹਨਾਂ ਦਾ ਭਲਾ ਹੁੰਦਾ ਹੈ।
ਦਸਾਂ ਰੂਪਾਂ ਨੂੰ ਇੱਕੋ ਕਰ ਜਾਣਦੇ, ਨਾਨਕ ਸਿਖਾਈ ਜਾਂਦੇ। ਦਸਾਂ ਰੂਪਾਂ ਨੂੰ ਇੱਕੋ ਕਰ ਜਾਣਦੇ, ਨਾਨਕ ਸਿਖਾਈ ਜਾਂਦੇ। ਸਿੱਧੀ ਨਾਮ ਹੈ ਕਲਿਆਣ ਦਾ, ਮੁਕਤ ਹੋਣ ਦਾ। ਜਿਨ੍ਹਾਂ ਨੇ ਦਸਾਂ ਰੂਪਾਂ ਦੇ ਵਿੱਚ ਇੱਕ ਗੁਰੂ ਨਾਨਕ ਦੀ ਜੋਤ ਜਾਣ ਕੇ ਇੱਕ ਰੂਪ ਜਾਣਿਆ, ਉਹਨਾਂ ਦਾ ਭਲਾ ਹੋ ਗਿਆ। ਜਿਹੜੇ ਅੱਡ ਅੱਡ ਸਮਝਦੇ ਹਨ, ਉਹਨਾਂ ਨੂੰ ਕੁਛ ਲੈਣ ਦੇਣ ਨੂੰ ਨਹੀਂ। ਜਿਨ ਜਾਣਾ ਤਿਨਹੀ ਸਿੱਧ ਪਾਈ, ਬਿਨ ਜਾਣੇ ਸਿੱਧ ਹਾਥ ਨਾ ਆਈ। ਰਾਮਦਾਸ ਹਰ ਸੋ ਮਿਲ ਗਏ, ਗੁਰਤਾ ਦੇਤ ਅਰਜਨੇ ਭਏ। ਗੁਰੂ ਰਾਮਦਾਸ ਮਹਾਰਾਜ ਸੱਚਖੰਡ ਨੂੰ ਚਲੇ ਗਏ। ਗੁਰੂ ਅਰਜਨ ਦੇਵ ਮਹਾਰਾਜ ਜਗਤ ਗੁਰੂ ਬਣੇ। ਜਬ ਅਰਜਨ ਪ੍ਰਭ ਲੋਕ ਸਧਾਏ, ਹਰ ਗੋਬਿੰਦ ਤੇ ਥਾਂ ਠਹਿਰਾਏ। ਹਰ ਗੋਬਿੰਦ ਪ੍ਰਭ ਲੋਕ ਸਧਾਏ, ਸ੍ਰੀ ਹਰਿ ਰਾਏ ਤੇ ਥਾਂ ਬੈਠਾਏ। ਹਰੀ ਕ੍ਰਿਸ਼ਨ ਤਿਨ ਕੇ ਸੁਤ ਵਏ, ਤਿਨ ਤੇ ਤੇਗ ਬਹਾਦਰ ਪਏ। ਤਿਲਕ ਜਈਉ ਰਾਖਾ ਪ੍ਰਭ ਤਾਂ ਕਾ, ਕੀਨੋ ਬੜੋ ਕਲੂ ਮੈਂ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਿਹੜਾ ਸਾਕਾ ਸੀ, ਧਰਮ ਵਾਸਤੇ ਸੀ, ਪਰਉਪਕਾਰ ਨੂੰ ਮੁੱਖ ਰੱਖ ਕੇ ਦੂਸਰਿਆਂ ਵਾਸਤੇ। 300 ਸਾਲਾ ਸ਼ਹੀਦੀ ਗੁਰਪੁਰਬ ਮਨਾਇਆ। ਸਭ ਬਹੁਤ ਵੱਡਾ ਭਾਰੀ ਜਲੂਸ ਨਿਕਲਿਆ ਸੀ, ਆਨੰਦਪੁਰ ਤੋਂ ਲੈ ਕੇ ਦਿੱਲੀ ਤੱਕ। ਉਸ ਸਮੇਂ ਪੰਜਾਬ ਦੇ ਵਿੱਚ ਆਪਣੇ ਗਿਆਨੀ ਜੈਲ ਸਿੰਘ ਮਿਨਿਸਟਰ ਸੀ, ਔਰ ਸੰਤ ਹਰਚੰਦ ਸਿੰਘ ਤੇ ਹੋਰ ਬਹੁਤ ਸਿਆਣੇ ਸਿਆਣੇ ਜੇਲ੍ਹਾਂ ਵਿੱਚੋਂ ਛੁੱਟ ਕੇ ਆਏ ਸੀ। ਉਸ ਤੋਂ ਬਾਅਦ ਇਹਦਾ ਜੇਲ੍ਹਾਂ ਵਿੱਚ ਹੀ ਸੀ ਕੋਈ ਵੱਡੇ ਮਿਨਿਸਟਰ। ਤਾਂ ਉਸ ਸਮੇਂ ਬਹੁਤ ਭਾਰੀ, ਕਈ ਮੀਲਾਂ ਤੱਕ ਇਹ ਜਲੂਸ ਸੀਗਾ। ਉਸ ਸਮੇਂ ਇੰਗਲੈਂਡ ਦੇ ਸਿੱਖਾਂ ਨੇ ਵੀ ਉਹ 300 ਸਾਲਾ ਗੁਰਪੁਰਬ ਮਨਾਇਆ। ਉਸ ਦੇ ਵਿੱਚ ਬਹੁਤ ਬੜੇ ਬੜੇ ਵਿਦਵਾਨ, ਅੰਗਰੇਜ਼ਾਂ ਦਾ ਜੋ ਸਭ ਤੋਂ ਵੱਡਾ ਪੋਪ ਹੈ, ਉਸ ਨੂੰ ਵੀ ਉਹਨਾਂ ਨੇ ਬੁਲਾਇਆ। ਬਹੁਤ ਵੱਡਾ ਹਾਲ ਕਿਰਾਏ ਤੇ ਲੈ ਕੇ ਉਹਦੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਸੀ। ਜਦ ਉਸ ਦਾ ਟਾਈਮ ਆਇਆ, ਉਸਨੇ ਦੱਸਿਆ ਕਿ ਮੈਂ ਸਾਰੇ ਹੀ ਦੁਨੀਆ ਦੇ ਜਿਤਨੇ ਧਰਮ ਹਨ, ਜਿਤਨੇ ਮਜ਼ਹਬ ਹਨ, ਸਾਰਿਆਂ ਦੀ ਖੋਜ ਕੀਤੀ ਹੈ। ਸਭ ਨੇ ਆਪੋ ਆਪਣੇ ਵਾਸਤੇ ਕੁਰਬਾਨੀਆਂ ਕੀਤੀਆਂ ਹਨ, ਆਪਣੇ ਵਾਸਤੇ, ਆਪਣੀ ਉਮਤ ਵਾਸਤੇ। ਪਰ ਦੁਨੀਆ ਭਰ ਦਾ ਸਭ ਤੋਂ ਮੁੱਖ ਇਤਿਹਾਸ ਜਿਹੜਾ ਹੈ, ਉਹ ਹੈ ਸਿੱਖਾਂ ਦਾ ਇਤਿਹਾਸ। ਜੋ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਹਨ, ਜੋ ਸਿੱਖਾਂ ਦੇ ਗੁਰੂਆਂ ਦੀਆਂ ਸ਼ਹੀਦੀਆਂ ਹੋਈਆਂ ਹਨ, ਉਹ ਆਪਣੇ ਵਾਸਤੇ ਨਹੀਂ ਹੋਈਆਂ, ਸਿਰਫ ਪਰਉਪਕਾਰ ਵਾਸਤੇ ਹੋਈਆਂ ਹਨ। ਉਸ ਨੂੰ ਇਹ ਬਚਨ ਦਸਵੇਂ ਪਾਤਸ਼ਾਹ ਮਹਾਰਾਜ ਦਾ ਸੁਣਾਇਆ, ਤਿਲਕ ਜੰਨੂ ਰਾਖਾ ਪ੍ਰਭ ਤਾਂ ਕਾ, ਤਿੰਨਾਂ ਹਿੰਦੂਆਂ ਦਾ। ਤਿਲਕ ਜੰਨੂ ਜਿਹੜਾ ਸੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਧਰਮ ਨਹੀਂ ਸੀ। ਤਿਲਕ ਜੰਨੂ ਦਾ ਤਿਆਗ ਕਰਤਾ ਸੀ ਗੁਰੂ ਨਾਨਕ ਦੇਵ ਮਹਾਰਾਜ ਨੇ 9 ਸਾਲ ਦੀ ਉਮਰ ਵਿੱਚ। ਪੰਡਤ ਜਾਂ ਜੰਨੂ ਪਾਉਣ ਵਾਸਤੇ ਤਿਆਰ ਹੋਏ। ਮਹਾਰਾਜ ਨੇ ਜਵਾਬ ਦੇ ਦਿੱਤਾ ਵੀ ਮੈਂ ਤੁਹਾਡਾ ਤਾਗੇ ਦਾ ਜਨੇਊ ਨਹੀਂ ਪਾਉਣਾ। ਤੱਗ ਕਪਾਹੋ ਕੱਤੀਏ ਬਾਹਮਣ ਵੱਟੇ ਆਏ, ਕੋਹ ਬੱਕਰਾ ਰਨ ਖਾਇਆ ਸਭ ਕੋ ਆਖੇ ਪਾਏ। ਹੋਏ ਪੁਰਾਣਾ ਸੁਟੀਏ ਭੀ ਫਿਰ ਪਾਈਏ ਹੋਰ, ਨਾਨਕ ਤੱਗ ਨ ਟੁੱਟੀ ਜੇ ਤੱਗ ਹੋਵੇ ਜੋਰ। ਜੇ ਤੁਹਾਡਾ ਇਹ ਤਾਗਾ ਪਾਇਆ 3 ਲੜੀ ਦਾ ਹਿੰਦੂ ਬਣਦਾ ਹੋਵੇ ਤਾਂ ਫਿਰ ਇਹ ਟੁੱਟਣਾ ਹੀ ਨਹੀਂ ਚਾਹੀਦਾ, ਤਾਂ ਟੁੱਟ ਜਾਂਦਾ, ਇੱਥੇ ਹੀ ਸੜ ਜਾਂਦਾ ਹੈ, ਇੱਥੇ ਹੀ ਰਹਿ ਜਾਂਦਾ ਹੈ, ਵੀ ਤਾਗਾ ਅੱਗੇ ਜਾਂਦਾ ਹੈ। ਉਸ ਸਮੇਂ ਪੰਡਤ ਕਹਿਣ ਲੱਗਾ ਫਿਰ ਤੁਸੀਂ ਕਿਹੜਾ? ਮਹਾਰਾਜ ਕਹਿਣ ਲੱਗੇ ਸਾਡੇ ਪਾਸ ਇਹੋ ਜਿਹਾ ਜਨੇਊ ਹੈ ਜਿਹੜਾ ਨਾ ਟੁੱਟਦਾ, ਨਾ ਉਹ ਟੁੱਟੇ, ਨਾ ਮਨ ਲੱਗੇ, ਨਾ ਉਹ ਜਲੇ ਨਾ ਜਾਏ। ਪੰਡਤ ਹੈਰਾਨ ਹੋ ਗਏ, ਕਹਿਣ ਲੱਗਾ ਨਾਨਕ ਜੀ ਉਹ ਇਹੋ ਜਿਹਾ ਕਿਹੜਾ ਜਨੇਊ ਜਿਸ ਨੂੰ ਤੁਸੀਂ ਧਾਰਨ ਕਰਕੇ ਹਿੰਦੂ ਬਣੇ ਹੋ? ਸਾਹਿਬ ਕਹਿਣ ਲੱਗੇ ਪੰਡਤ ਜੀ ਮੇਰੇ ਪਾਸ ਇੱਕ ਇਹੋ ਜਿਹਾ ਜਨੇਊ ਹੈ ਜਿਹੜਾ ਨਾ ਟੁੱਟਦਾ ਹੈ, ਨਾ ਮਾਇਆ ਹੁੰਦਾ ਹੈ।
ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹੈ ਤਾਂ ਪਾਡੇ ਘੱਤ। ਫਿਰ ਪੰਡਿਤ ਜੀ ਇਹ ਜਨੇਊ ਅਸਲ ਪਰਲੋਕ ਵਿੱਚ ਜਾਣ ਵਾਲਾ ਦਇਆ ਕਪਾ, ਦਇਆ ਕਰਨੀ ਜੀਵਾਂ ਦੇ ਉੱਪਰ, ਕਿਸੇ ਜੀਵ ਨੂੰ ਦੁੱਖ ਨਹੀਂ ਦੇਣਾ। ਆ ਹੁਣ ਦੀਵਾਲੀ ਆ ਰਹੀ ਹੈ ਨਾ, ਪਤਾ ਨਹੀਂ ਇਸ ਦੀਵਾਲੀ ਦੇ ਉੱਪਰ ਕਿੰਨੇ ਕੁ ਬੱਕਰਿਆਂ ਤੇ ਮੁਰਗਿਆਂ ਦੀਆਂ ਜਾਨਾਂ ਜਾਣੀਆਂ ਹਨ। ਕਹਿੰਦੇ ਇੱਕ ਨਾ ਦੇ ਮਨ ਚਾਓ ਜਹਾਨੋਂ ਜਾਵਾਂਗੇ, ਇੱਕ ਨਾ ਦੇ ਮਨ ਚਾਓ ਰੱਜ ਰੱਜ ਖਾਵਾਂਗੇ, ਇੱਕ ਨਾ ਦੇ ਆਖ ਦੀ ਬੋਟੀ ਕਿਤੇ ਚੌਂਕੇ 'ਚ ਪਈ ਹੋਵੇ ਚੁੱਲ੍ਹੇ ਦੇ ਕੋਲੇ ਤਾਂ ਅਗਲਾ ਰੋਟੀ ਨਹੀਂ ਖਾ ਸਕਦਾ। ਤੇ ਉਸੇ ਮਾਸ ਨੂੰ ਮੱਖੀਆਂ ਭਿਣਕਦੀਆਂ ਹੁੰਦੀਆਂ ਤੇ ਚੁੱਲ੍ਹੇ ਦੇ ਵਿੱਚ ਰੱਖ ਕੇ ਕੱਟ ਕੱਟ ਕੇ ਤੇ ਫਿਰ ਉਹਨੂੰ ਮੂੰਹ ਦੇ ਨਾਲ ਖਾਂਦੇ ਹਨ। ਫਿਰ ਉਹ ਕਹਿੰਦੇ ਨੇ ਅਸੀਂ ਗੁਰਸਿੱਖ ਹਾਂ। ਮਹਾਰਾਜ ਕਹਿੰਦੇ ਤਾਂ ਐਵੇਂ ਭੁਲੇਖਾ ਤੇ ਭਰਮ ਹੈ। ਅਸਲ ਜਨੇਊ ਪਰਲੋਕ ਦੇ ਵਿੱਚ ਜਾਣ ਵਾਲਾ ਦਇਆ ਕਰਨੀ ਜੀਵਾਂ ਦੇ ਉੱਪਰ, ਕਿਸੇ ਜੀਵ ਨੂੰ ਦੁੱਖ ਨਾ ਦੇਣਾ। ਦੁੱਖ ਨਾ ਦੇਵੋ ਕਿਸੇ ਜੀ ਪਤ ਸਿਉ ਕਰ ਜਾਓ। ਇੱਕ ਮਹਾਂਪੁਰਖ ਹੋਏ ਦੌਧਰ ਵਾਲੇ ਬਾਬਾ ਈਸ਼ਰ ਸਿੰਘ ਜੀ, ਬ੍ਰਹਮ ਗਿਆਨੀ, ਤਤ ਬੇਤੇ ਬੀਤ ਰਾਗ ਬੈਰਾਗੀ। ਕਾਂਸ਼ੀ ਦੇ ਵਿੱਚ ਬੜੇ ਬੜੇ ਪੰਡਤ ਲੋਕ ਉਹਨਾਂ ਦੇ ਪਾਸ ਵਿਦਿਆ ਪੜ੍ਹਦੇ, ਸੰਸਕ੍ਰਿਤ ਦੇ ਬੜੇ ਭਾਰੀ ਪੰਡਤ ਸਨ। ਮਹਾਂਪੁਰਖ ਬਾਬਾ ਅਤਰ ਸਿੰਘ ਜੀ ਆਪਣੇ ਮਸਤੂਆਣੇ ਵਾਲੇ, ਇਹ ਵੀ ਕਾਂਸ਼ੀ ਵਿੱਚ ਪਹੁੰਚੇ ਹੋਏ ਸੀ ਔਰ ਇਹ ਆਪਣੇ ਮੰਡਲੀ ਨੂੰ ਪੜ੍ਹਾ ਰਹੇ ਸਨ। ਤਖਤ ਪੋਸ਼ ਦੇ ਉੱਪਰ ਬੈਠੇ ਹੋਏ ਬੜੇ ਬੜੇ ਪੰਡਤਾਂ ਦੇ ਲੜਕੇ, ਇਹਨਾਂ ਦੇ ਚੇਲੇ ਸਨ ਜਿਹੜੇ ਸੰਸਕ੍ਰਿਤ ਵਿਦਿਆ ਪੜ੍ਹਦੇ, ਆਲੇ ਦੁਆਲੇ ਬੈਠੇ ਹੇਠਾਂ। ਇਹਨਾਂ ਦੇ ਕੰਨ ਦੇ ਵਿੱਚ ਬਾਬਾ ਅਤਰ ਸਿੰਘ ਮਹਾਰਾਜ ਦੀ ਬਹੁਤ ਉੱਚੀ ਆਵਾਜ਼ ਸੀ। ਕਿਤੇ ਦੂਰ ਉਹਨਾਂ ਦਾ ਦੀਵਾਨ ਲੱਗਾ ਔਰ ਉਸ ਦੀਵਾਨ ਦੇ ਵਿੱਚ ਉਹਨਾਂ ਨੇ ਤਾਬਿਆ ਬੈਠ ਕੇ ਸ਼ਬਦ ਪੜ੍ਹਿਆ ਕਰਦੇ। ਇੱਕ ਪਾਸੇ ਮਾਈਆਂ ਬੋਲੀ ਜਾਂਦੀਆਂ, ਇੱਕ ਪਾਸੇ ਆ ਇੱਕ ਵਾਰ ਪੜ੍ਹ ਕੇ ਫਿਰ ਚੁੱਪ ਹੋ ਜਾਂਦੇ। ਇਹ ਵਾਰੀ ਵਾਰੀ ਭਾਈ ਤੇ ਮਾਈਆਂ ਬੋਲੀ ਜਾਂਦੇ। ਦੂਰੋਂ ਉਹਨਾਂ ਦੇ ਕੰਨ ਦੇ ਵਿੱਚ ਗੁਰਬਾਣੀ ਦੇ ਸ਼ਬਦ ਦੀ ਆਵਾਜ਼ ਆਈ, ਗੁਰਬਾਣੀ ਗੁਰਬਾਣੀ ਗਾਓ ਗੁਰਬਾਣੀ। ਦੂਰ ਦੀਵਾਨ ਲਾਇਆ, ਕਾਂਸ਼ੀ ਵਿੱਚ ਪਹੁੰਚੇ ਹੋਏ ਸਨ। ਉੱਥੇ ਇਹ ਜਾ ਕੇ ਇਹਨਾਂ ਨੇ ਇੱਕ ਯੂਨੀਵਰਸਿਟੀ ਦੀ ਨਿਉ ਰੱਖੀ ਸੀ। ਜਦ ਉਹਨਾਂ ਮਹਾਂਪੁਰਖਾਂ ਦੇ ਕੰਨ ਦੇ ਵਿੱਚ ਇਹ ਗੁਰਬਾਣੀ ਦੀ ਧੁਨੀ ਪਈ, ਛੇਤੀ ਨਾਲ ਤਖਤ ਤੋਂ ਉਤਰ ਕੇ ਹੇਠਾਂ ਬੈਠ ਗਏ। ਨਾਲ ਦੇ ਸਿੱਖ ਜਿਹੜੇ ਸਨ ਹੈਰਾਨ ਹੋ ਗਏ, ਕਹਿਣ ਲੱਗੇ ਮਹਾਂਪੁਰਖੋ ਤੁਸੀਂ ਇਹ ਕੀ ਗੱਲ, ਅਚਾਨਕ ਤੁਸੀਂ ਉੱਠ ਕੇ ਹੇਠਾਂ ਬੈਠ ਗਏ। ਮਹਾਂਪੁਰਖ ਕਹਿਣ ਲੱਗੇ ਵੀ ਬਾਣੀ ਦੀ ਧੁਨੀ ਸਾਡੇ ਕੰਨ ਵਿੱਚ ਪਈ ਹੈ। ਕਿਹੜੀ ਬਾਣੀ? ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਦੀ। ਕਹਿੰਦੇ ਗੁਰੂ ਨਾਨਕ ਦੀ ਬਾਣੀ ਇੱਕ ਭਾਸ਼ਾ ਵਿੱਚ, ਉਹਦੀ ਧੁਨੀ ਸੁਣ ਕੇ ਤੁਸੀਂ ਹੇਠਾਂ ਬੈਠ ਗਏ। ਤੇ ਆਹ ਰੱਬੀ ਬਾਣੀ, ਵੇਦ ਬਾਣੀ ਨਿੱਤ ਤੁਸੀਂ ਤਖਤ ਤੇ ਬੈਠਦੇ, ਅਸੀਂ ਹੇਠਾਂ ਬੈਠ ਕੇ ਪੜ੍ਹਦੇ ਹਾਂ। ਇਹਦਾ ਤਾਂ ਤੁਸੀਂ ਕਦੇ ਸਤਿਕਾਰ ਨਹੀਂ ਕੀਤਾ। ਇਹ ਬਾਣੀ ਵੱਡੀ ਹੈ ਕਿ ਉਹ ਬਾਣੀ ਵੱਡੀ ਹੈ? ਯਾਦ ਕਾਲ ਤੋਂ ਈਸ਼ਵਰੀ ਬਾਣੀ। ਉਸ ਸਮੇਂ ਉਹ ਮਹਾਂਪੁਰਖ ਕਹਿਣ ਲੱਗੇ ਇਹ ਗੁਰੂ ਨਾਨਕ ਦੀ ਬਾਣੀ ਜਿਹੜੀ ਹੈ ਨਿਰੰਕਾਰ ਦੇ ਦੇਸ਼ ਵਿੱਚੋਂ ਆਈ ਹੈ। ਇਹ ਧੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ। ਤੁਹਾਡੀ ਜਿਹੜੀ ਈਸ਼ਵਰੀ ਬਾਣੀ ਹੈ, ਵੇਦਾਂ ਦੇ ਵਿੱਚ ਥਾਂ ਥਾਂ ਬਲੀਆਂ ਹਨ ਜੀਵਾਂ ਦੇ ਮਾਰਨ ਦੀਆਂ। ਜੱਗ ਕਰਨਾ, ਉਹਦੇ ਵਿੱਚ ਜਾਨਵਰ ਮਾਰਨੇ। ਅਸਮੇਧ ਜੱਗ, ਅਸਵ ਨਾਮ ਹੈ ਘੋੜੇ ਦਾ, ਘੋੜਾ ਮਾਰ ਕੇ ਜੱਗ ਕਰਨਾ। ਗੋਮੇਧ ਜੱਗ, ਗੈਂਡਾ ਮਾਰ ਕੇ, ਗਊ ਮਾਰ ਕੇ ਜੱਗ ਕਰਨਾ। ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ। ਆਦ ਤੋਂ ਲੈ ਕੇ ਅੰਤ ਤੱਕ ਕਿਤੇ ਇਹ ਨਹੀਂ ਆਉਂਦਾ ਵੀ ਕਿਸੇ ਜਾਨਵਰ ਦੀ ਮਾਰ ਕੇ ਬਲੀ ਦਿੱਤੀ ਜਾਵੇ ਤਾਂ ਰੱਬ ਖੁਸ਼ ਹੁੰਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਹੈ ਜੋ ਕਿਸੇ ਜੀਵ ਨੂੰ ਮਾਰਨ ਦੀ ਆਗਿਆ ਨਹੀਂ ਦਿੰਦੀ। ਮਹਾਰਾਜ ਕਹਿੰਦੇ ਦੁੱਖ ਨਾ ਦੇਵੋ ਕਿਸੇ ਜੀ ਪਾਸਿਓਂ ਘਰ ਜਾਵੋ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ।
जन्म कर्म मल उतरे मानते जाए गुमान, काम क्रोध न मोहिए बिन से लोभ समान। सच्चे मार्ग चलदे उस्तत करे जहान, 68 तीर्थ सगल पुन जी दया प्रवान। एक जीव ते दया करनी 68 तीर्थों का फल उदों ही मिल जाता है। ये गुरु ग्रंथ साहिब महाराज की पितर बाणी है, जो किसी को जीव को मारन की आग्या नहीं दिंदी। वेदां दे विच बहुत सारे मंत्र जंत्र वो इस तरह बलियां दे नाल सिद्ध हुंदे हैं। इस करके गुरु नानक देव महाराज की बाणी का सत्कार है, क्योंकि किसी को दुख देने वास्ते गुरबाणी हुक्म नहीं दिंदी, हर एक दे नाल प्यार करन दी महाराज की आग्या है। जे तुम प्रिया दी सिक हिया ना ठाहे कहीदा, सबना मन मान कठाहण मूल मचांगवा। जे तू रब की खुशी चाहता है तो किसी का दिल ना दुखा। सबना दे मन जिहड़े मोलक हैं हीरे वर्गे, किसी का मन दिल तोड़ देना ठीक नहीं। ठाहण मूल मचांगवा, मूल चंगा नहीं, किसी दिल तोड़ना। भुल के भी किसी जीव को ना मार, ये गुरबाणी का हुक्म है, ये गुरबाणी की आग्या है। इउं गुरबाणी सब तो श्रोमणी धुकी बाणी आई, तिन सगली चिंत मिटाई। इउं घरां घरां दे विच लोग एक जगह गुरु महाराज की बाणी विच आउंदा है, पंडित लोको जो तुसी कहंदे हो कसाई, जी बदो धर्म कर थापो कां को कहो हो कसाई। आप तुसी जीव मार के लोगों को कसाई दसदे हो, तो फिर तुहाडा नाम की रखिया जाए। तुसी बलियां दिंदे हो जानवरां दीयां, भी इस तरह देवी देवते सिद्ध हुंदे खुश हुंदे हन, तो फिर तो तुसी कसाई खुद आप हो, खुद आप कसाई हो। दसिया है महापुरखा ने, उन झटका किया आग दो कर लागी, उन बिस्मल उन झटका किया दया दो ते भागी। हिंदुआ तो ते मुसलमाना तो वह बिस्मल्ला कह के हौली हौली जानवर का गल कटते हैं, तड़फा तड़फा के। तो बहुते कहते जी बस इक्के नाल झटका दो, बस ये कोई दोष नहीं। पर हिसाब किताब का सब नूं देना पैना है। वारी का वट्टा तो ये तो चाहे कोई भी आ, ये तो हर एक नूं ही। कबीर खूब खाना खिचड़ी जाम अंमृत लोन, हेरा रोटी कार ने गला कटावे कौन। शिकार की रोटी खा के कहते बार बार किहड़ा गला कटावे, जिहदा हुण शिकार आपां करांगे अगले जन्म दे विच उहने अपना शिकार करना। ये तो वारी का वट्टा तुरिया ही रहना है। 100 गुरसिख भड़भागी हैं जिहड़े अज इस पाप तो बचणगे, इस पाप तो बच के अपना मन साफ रखणगे, गुरबाणी दे नाल जुड़े रहणगे। सवेरे एक महान पवित्र तिहार है माघी का। इस दे विच लोग बड़ा भारी भजन पाठ ते दान पुण्य करते हैं। स्वयं गुरु अंगद गुरु 9वें पातशाह महाराज ने दया कपा संतोख सूत, दया करनी जीवां ते, संतोख रखना। संतोख सूत जत गंढी, जत दियां गंढां देनियां, 7 वट 7 दा वट देना है। इहो जनेऊ जी का है तां पाडे घत, पंडित जी तेरे पास ਇਹ ਜਨੇਊ ਸਾਡੇ ਗਲ ਵਿੱਚ ਪਾ। पर किथे पंडित दे पास ਉਹ अंग्रेज सब तो ਵੱਡਾ जो अंग्रेजों का पोप है पादरी, वो कहने लगा हिंदुस्तान दे की सारी दुनिया दे मैं धर्मां की खोज की है, पर जो कुर्बानी सिख धर्म के गुरुआं दी, वो किसी धर्म के आगुआं दी। तिलक जंजू राखा प्रभ तांका तांका, तिन्ना हिंदुआं का तिलक जंजू रखा गुरु तेग बहादुर जी ने। धर्म हेत कीत कीनो जन साका, धर्म दे वास्ते गुरु साहिबां ने साका कीता है। साधन हेत इति जिन करी, शीस दिया पर सी ना उचरी। ठीकर फोद नाटक चेटक किए को काजा, प्रभ लोगन के आवत लाजा। औरंगजेब कहने लगा तुसी शक्ति दिखाओ। महाराज कहने लगे भी ये तो नाटक चेट मदारियां का काम है, प्रभु दे प्यारियों तो लाज आउंदी है। ठीकर फोद ली सिर प्रभुर किया प्यान, तेग बहादुर सी करया करी ना किन्हू आन। तेग बहादुर के चलत भयो जगत को सोग, है सब जग भयो जय 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 सरलो। दिल्ली दे चांदनी चौक दे विच हजूर नूं लोह पिंजरे विच बंद कीता गया। हुक्म सी जां तुसी इस्लाम धारण करो, जां तुसी शक्ति दिखाओ, तीजी है मौत की सजा। महाराज कहने लगे ना असी इस्लाम धारण करना, ना असी शक्ति दिखानी है, नाटक चेटक किए को काजा, प्रभ लोगन के आवत लाजा, मदारियां का काम है। शहीदी ये असी खुश होकर चाहते हैं, ਇਹਦਾ ਸਾਨੂੰ कोई डर ही नहीं मौत का। मौत नूं असी हस हस के चाहने मंगते हाँ।
ਜਿਹੜੀ ਮੌਤ ਤੋਂ ਡਰੇ ਜਗ ਸਾਰਾ ਮੇਰੇ ਮਨਿਆ ਮੌਤ ਤੋਂ ਡਰੇ ਜਗ ਸਾਰਾ ਮੇਰੇ ਮਨਿਆ ਮੌਤ ਨੂੰ ਅਸੀਂ ਡੀਕਦੇ ਹਾਂ ਜਿਵੇਂ ਲੋਕ ਵਿਆਹ ਦੀ ਖੁਸ਼ੀ ਕਰਦੇ ਹਨ। ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਅਸਲ ਜਿਹੜਾ ਆਨੰਦ ਹੈ ਉਹ ਸਰੀਰ ਰੂਪੀ ਪਿੰਜਰੇ ਤੋਂ ਬਰੀ ਹੋ ਕੇ ਪ੍ਰਾਪਤ ਹੁੰਦਾ ਹੈ। ਸਾਨੂੰ ਤਾਂ ਚਾਹ ਹੈ, ਖੁਸ਼ੀ ਹੈ ਮਰਨ ਦੇ ਵਾਸਤੇ, ਮੌਤ ਤੋਂ ਅਸੀਂ ਡਰਦੇ ਨਹੀਂ। ਅਸੀਂ ਖੁਸ਼ੀ ਦੇ ਨਾਲ ਹੱਸ ਹੱਸ ਕੇ ਮੌਤ ਨੂੰ ਚਾਹੁੰਦੇ ਹਾਂ। ਅਖੀਰ ਜਦ ਨਾ ਸ਼ਕਤੀ ਦਿਖਾਈ ਨਾ ਸਲਾਮ ਕਬੂਲ ਕੀਤਾ, ਸਿਰਫ ਹਿੰਦੂ ਧਰਮ ਦੀ ਰੱਖਿਆ ਵਾਸਤੇ ਸਾਹਿਬਾਂ ਨੇ ਸਮਾਨ ਦਾ ਜੁਲਾਦ ਸੀ। ਕਹਿਣ ਲੱਗੇ ਤੁਹਾਡਾ ਨਾਮ ਤੇਗ ਬਹਾਦਰ ਕਿਉਂ ਹੈ? ਮਹਾਰਾਜ ਕਹਿਣ ਲੱਗੇ ਤੁਹਾਡੀ ਤੇਗ ਸਾਡਾ ਸਿਰ ਕੱਟ ਨਹੀਂ ਸਕਦੀ। ਬਸ ਕਿਵੇਂ ਪਤਾ ਲੱਗੇ? ਕਹਿਣ ਲੱਗੇ ਤੁਸੀਂ ਕੱਚਾ ਤਾਗਾ ਬੰਨ੍ਹਦੇ ਹੋ ਤਲਵਾਰ ਦੇ ਨਾਲ, ਜੇ ਤਾਂ ਤੁਹਾਡਾ ਤਾਗਾ ਨਾ ਕੱਟਿਆ ਗਿਆ ਤਾਂ ਫਿਰ ਤੁਸੀਂ ਆਪੇ ਸਮਝ ਲਓ ਕਿ ਤਲਵਾਰ ਨੇ ਸਿਰ ਨਹੀਂ ਕੱਟਿਆ, ਆਪਣੇ ਆਪ ਕੱਟਿਆ ਗਿਆ। ਤੁਹਾਡੀ ਤਲਵਾਰ ਸਾਡਾ ਸਿਰ ਨਹੀਂ ਕੱਟ ਸਕਦੀ, ਸਾਡਾ ਸਿਰ ਆਪਣੇ ਆਪ ਹੀ ਕਤਲ ਹੋ ਜਾਣਾ ਹੈ। ਸੋ ਸਮੇਂ ਇਸੇ ਤਰ੍ਹਾਂ ਹੀ ਹੋਇਆ। ਜਦ ਜਲਾਦ ਨੇ ਤਲਵਾਰ ਮਾਰੀ, ਹਜ਼ੂਰ ਦਾ ਸਿਰ ਆਪਣੇ ਆਪ ਪਹਿਲੋਂ ਹੀ ਸਿੱਖ ਦੀ ਝੋਲੀ ਦੇ ਵਿੱਚ ਜਾ ਪਿਆ। ਭਾਈ ਸਾਹਿਬ ਭਾਈ ਜੈਤਾ ਜੀ ਉਹਨਾਂ ਦੇ ਝੋਲੀ ਦੇ ਵਿੱਚ ਸਿਰ ਹਜ਼ੂਰ ਦਾ ਪਹਿਲੇ ਚਲੇ ਗਿਆ, ਬਾਕੀ ਰਹਿ ਗਿਆ ਧੜ। ਜਦ ਸਿਰ ਕੱਟਿਆ ਗਿਆ, ਭੁਚਾਲ ਆਇਆ, ਇਤਨੀ ਘੋਰ ਭਿਆਨ ਗਰਜ ਹੋਈ, ਲੋਕਾਂ ਦੇ ਦਿਲ ਹਲ ਗਏ, ਮਾਨੋ ਪਰਲੋਂ ਕਾਲ ਦਾ ਸਮਾਂ ਆ ਗਿਆ। ਸਾਰੇ ਸੰਸਾਰ ਦੇ ਵਿੱਚ ਹਾਹਾਕਾਰ ਮੱਚ ਗਿਆ। ਪਰਲੋਕ ਦੇ ਵਿੱਚ ਦੇਵਤਿਆਂ ਦੇ ਵਿੱਚ ਜੈ ਜੈਕਾਰ ਕਿ ਸਾਡੇ ਵੱਡੇ ਭਾਗ ਹਨ। ਉਹ ਗੁਰੂ ਨਾਨਕ ਦਾ ਨਵਾਂ ਰੂਪ ਅੱਜ ਸਾਡੇ ਲੋਕ ਦੇ ਵਿੱਚ ਆ ਰਿਹਾ ਹੈ। ਹਾਹਾਕਾਰ ਜਗਤ ਵਿੱਚ ਹੋਇਆ, ਜੈ ਜੈਕਾਰ
ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸੋਗ। ਸਾਰੇ ਸੰਸਾਰ ਵਿੱਚ ਸ਼ੋਕ ਦੀ ਲਹਿਰ, ਲੋਕਾਂ ਦੇ ਦਿਲ ਹਲ ਗਏ। ਇਤਨੀ ਵੱਡੀ ਸ਼ਹੀਦੀ ਹੋਈ ਹੈ, ਧਰਤੀ ਗਰਕ ਨਾ ਹੋਏ। ਹੈ ਸਭ ਜਗ ਭਇਓ, ਸਾਰੇ ਸੰਸਾਰ ਵਿੱਚ ਹਾਹਾਕਾਰ ਮਚ ਗਈ। ਜੈ 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 ਸੁਰਲੋਕ, ਦੇਵ ਲੋਕ ਦੇ ਵਿੱਚ ਜੈ ਜੈਕਾਰ ਦੀ ਧੁਨੀ ਹੋਈ। ਇੱਥੋਂ ਤੱਕ 9 ਪਾਤਸ਼ਾਹਾਂ ਦਾ ਇਤਿਹਾਸ ਹਜ਼ੂਰ ਨੇ ਆਪ ਆਪਣੀ ਕਲਮ ਦੇ ਨਾਲ ਲਿਖਿਆ। ਹੁਣ ਇਸ ਤੋਂ ਅੱਗੇ ਹਜ਼ੂਰ ਨੇ ਆਪਣਾ ਇਤਿਹਾਸ ਆਰੰਭ ਕੀਤਾ ਹੈ। ਅਬ ਮੈਂ ਆਪਣੀ ਕਥਾ ਬਖਾਨੋ, ਤਬ ਸਾਤ ਜੇ ਵਿਦ ਮੁਹਿਆਨੋ। हेमकुंट पर्वत है जहाँ, सप्त श्रृंग शोभत है तहाँ। सप्त श्रृंग तै नाम कहावा, पांडु राज जै जोग कमावा। हजूर ने अपने पिछले जन्म की इत्थे कथा लिखी है। दुष्ट दमन के रूप दे विच हेमकुंट पहाड़ के उपर कई जोगा अपने तप किया। कोई 1.25 महीना कोई पाठ कर लेंदा, जिवें 40 कढ़िया, कोई साल भर मौन रख लेंदा है। पर इत्थे जुग लंघाते बर्फ पैंदी, जिथे उड़दा जानवर अज दे दिनां दे विच सियाल दे विच गर्क हो जांदा है, गल जांदा है। उस पहाड़ दे उपर बैठ के हजूर ने जुगां तक तप तापिया, जुगां तक 7 युग दे समय तो लैके कल युग दा समा आ गया। हजूर ने अपने तप दीयां ये निशानियां दसियां हन। सप्त श्रृंग 7 चोटियां वाला पहाड़ है। पंडू राजा पांडवां दा पिता, पंडू नाम दा इत्थे नगर है। उत्थे उन्हें तप किया, जो किया। अखीर दे टाइम 5 भाई पांडव भी उत्थे ही जाके तप करते रहे। अखीर हिमालय विच जाके गल जाते हैं। जिथे पांडवां ने जोग महाराज ने अपने पिछले जन्म दियां ते तप दियां निशानियां दसियां हन। पंड राज जो कमावा, तै हम अदक तपस्या साधी, अदक बहुत ही
अदक नाम दा बहुती तो बहुती तपस्या साधी तै हम अदक तपस्या साधी महाकाल काल का आराधी। जो काल दा काल है वाहिगुरु अंतरजामी, उसदा आराधन कीता ना कि किसी देवी देवते दा। यह विद करत तपस्या भयो द्वैत एक रूप है गयो। ऐसी तपस्या कीती तप करदियां करदियां दो तो एक रूप बन गए। दुष्ट दमन का रूप खत्म होके केवल परमेश्वर का ही रूप रह गया। हर जन दुई एक है। विव विचार किश नाहे, जल ते उपज तरंग ज्यों जल ही बिखे समाहे। जिमें सूरज किरण मिले जल का जल हुआ राम, ज्योति ज्योत रली संपूर्ण थिया राम। जिमें सूरज दी किरणा पैने ते पानी बर्फ जिहड़ी ढक के पानी बन जाती है, इसी तरह सूरज किरण मिले जल का जल हुआ राम, ज्योति ज्योत रली संपूर्ण थी राम। ज्योत ना ज्योत मिल गई, एक रूप हो गया। दुष्ट दमन परमेश्वर का रूप बन गया। जल का जल हुआ जी, ज्योति ज्योत रली संपूर्ण थिया जी, ज्योति ज्योत रली जोत समाणी जोत माहे आप आपे छेती मिक्यों। जिमें पानी विच पानी मिल जाता, इं आत्मा जिहड़ी सी परमात्मा विच लीन हो गई। द्वैत एक रूप हो गयो। तात मात मुर अलख अराधा, बहु विद जोग साधना साधा। साडे माता पिता ने इहो जिहा घोर तप कीता बकाले विच। 24 साल गुरु तेग बहादुर साहब महाराज ने घोर तप कीता। भोरे दे विच बैठ करके हजूर ने इतनी घोर आराधना की, घोर तपस्या की। तात मात, तात पिता ते मात माता। माता माता गुजरी जी। गुरु तेग बहादुर साहब महाराज का तप सारे आपां जानते हैं, पर जिहड़ा तप माता गुजरी ने किया वो तप दे अगे तां सारे तप फेल पै जाते हैं। शादी हुंदी है नौजवान उम्र, अपने जत सत दे विच रह के माता गुजरी ने अपने पति की भगती की। हाथ दे विच सोटी लैके खड़ी रहिंदी है पहरे ते। कोई कुत्ता बिल्ला जानवर कोई ओपरा मनुख आके मेरे पति के तप दे विच कोई भंगड़ा ना पावे, मेरे पति की सुरत ना टुट जावे। दिन रात सेवा विच खड़ी रहिंदी है। जद टाइम हुंदा प्रसाद का गर्म प्रसाद पका के पानी टाइम ते इउं पति की भगती की है। घोर तप किया माता पिता ने। इलाहाबाद दे विच इत्थे बड़ा भारी जप किया। इन्हां दे तप दे उपर खुश हो के तात मात मुर अलख अराधा, बहुविध जोग साधना साधा। तिन जो करी अलख की सेवा, तांते भये प्रसन्न गुरदेवा। इन्हां दे तप ते खुश हो के वाहिगुरु ने सानू हुक्म किया, तब सात हर मोहे बुलायो। वाहिगुरु ने तप करदे होया सानू एक बवान भेज के सचखंड दे विच बुलाया। उस समय हुक्म मन के परमेश्वर दा सी सचखंड दे विच गए। हुक्म की होया इस दुनिया दे उपर आउण वास्ते, पर साहब दसदे हन साडा दा चित्त करदा नहीं सी दुनिया दे उपर आउण वास्ते। चित ना पयो हमरो आवन कहे, चुवी रही सुरत प्रभ चरणन में। ज्यों त्यों कर हमको समझायो, हिम कह के है लोक पठायो। किसे मनुख जो ठंडे पहाड़ विच बैठा है, गर्मी दी मौसम, उसनों अचानक हुक्म हो जाए भी तू राजस्थान के टिब्बियां दे विच जा। हुण ओही जानदा एक ठंडे बर्फीले पहाड़ च बैठण वाला, जिथे रेता आकाश अग वांगू तपदा है, उत्थे जाण दा हुक्म हो जाए, वो कद खुश हुंदा है। एक ऐसे आनंद विच जुड़िया होया
ਦੋਤ ਇੱਕ ਰੂਪ ਹੋਇਆ ਪਰਮੇਸ਼ਰ ਵਿੱਚ ਭੇਦ ਆਨੰਦ ਦੇ ਸਾਗਰ ਵਿੱਚ ਲੀਨ। ਉਸ ਨੂੰ ਜ਼ਿਆਦਾ ਅਚਾਨਕ ਹੁਕਮ ਹੋਵੇ ਕਿ ਜਾ ਮਾਤ ਲੋਕ ਦੇ ਵਿੱਚ। ਸਾਹਿਬ ਦੱਸਦੇ ਹਨ ਸਾਡਾ ਹਿਰਦਾ ਕੰਬ ਗਿਆ, ਹਿਰਦਾ ਕੰਬ ਗਿਆ ਕਿ ਮਹਾਰਾਜ ਕਿੱਥੇ ਅੱਗ ਦੇ ਵਿੱਚ ਧੱਕਾ ਦੇ ਰਹੇ, ਮੱਚਦੀ ਅੱਗ ਦੇ ਵਿੱਚ, ਜਿੱਥੇ ਭਾਈ ਭਾਈ ਦਾ ਖੂਨ ਦਾ ਵੈਰੀ ਹੈ, ਨੋ ਸੱਸ ਦਾ ਝਗੜਾ, ਪਿਓ ਪੁੱਤ ਦਾ ਝਗੜਾ, ਰਾਜਾ ਪ੍ਰਜਾ ਦਾ ਝਗੜਾ, ਘਰ ਘਰ ਦੇ ਵਿੱਚ ਝਗੜੇ ਹੀ ਝਗੜੇ ਹਨ, ਕਲੇਸ਼ ਹੀ ਕਲੇਸ਼ ਹਨ। ਉਸ ਅੱਗ ਦੇ ਵਿੱਚ ਮੈਨੂੰ ਭੇਜ ਰਹੇ ਮਹਾਰਾਜ, ਕਿਰਪਾ ਕਰੋ ਮੇਰੇ ਉੱਪਰ, ਮੈਨੂੰ ਆਪਣੇ ਚਰਨਾਂ ਦੇ ਨਾਲ ਰੱਖੋ ਜੋੜ ਕੇ। ਮਹਾਰਾਜ ਆਪਣੇ ਚਰਨਾਂ ਤੋਂ ਵਿਛੋੜਾ ਨਾ ਪਾਓ, ਮੇਰੇ ਕੀ ਇਹੋ ਜਿਹੇ ਮਾੜੇ ਭਾਗ ਹਨ, ਆਪਦੇ ਚਰਨਾਂ ਤੋਂ ਵਿਛੋੜ ਕੇ ਮੈਨੂੰ ਮਾਤ ਲੋਕ ਦੀ ਧਰਤੀ ਵਿੱਚ ਨਰਕ ਵਿੱਚ ਸੁੱਟ ਰਹੇ ਹੋ। ਹਜ਼ੂਰ ਦੱਸਦੇ ਹਨ ਉਸ ਸਮੇਂ ਹੱਥ ਜੋੜੇ ਬੇਨਤੀ ਕੀਤੀ ਔਰ ਇਹ ਚਰਨਾਂ ਵਿੱਚੋਂ ਮੈਂ ਵਰ ਮੰਗਿਆ, ਮਹਾਰਾਜ ਕਿਰਪਾ ਕਰਕੇ ਮੇਰਾ ਇਹ ਵਰ, ਮੇਰੀ ਇੱਛਾ ਪੂਰੀ ਕਰੋ, ਆਪਣੇ ਚਰਨਾਂ ਤੋਂ ਮੈਨੂੰ ਵਿਛੋੜੋ ਨਾ। ਦਾਤਾ ਰੱਖੀ ਚਰਨਾਂ ਦੇ ਕੋਲ, ਚਰਨਾਂ ਦੀ ਮੋਜ ਬੇਨਤੀ ਕੀਤੀ, ਮਹਾਰਾਜ ਆਪਣੇ ਚਰਨਾਂ ਤੋਂ ਵਿਛੋੜੋ ਨਾ, ਆਪਣੇ ਚਰਨਾਂ ਨਾਲ ਜੋੜ ਕੇ ਰੱਖੋ, ਚਿਤ ਨਾ ਭਇਓ ਹਮਰੋ ਆਵਨ ਕਹੇ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ, ਜਿਉਂ ਕਿਉਂ ਕਰ ਹਮਕੋ ਸਮਝਾਇਓ। ਹਜ਼ੂਰ ਨੇ ਬਹੁਤ ਵੱਡਾ ਇਤਿਹਾਸ ਲਿਖਿਆ ਹੈ, ਬੜੇ ਬੜੇ ਦੁਨੀਆ ਉੱਪਰ ਰਾਜੇ ਰਾਣੇ ਪੀਰ ਪਕੰਬਰ ਔਲੀਏ ਭੇਜੇ, ਪਰ ਕਿਸੇ ਨੇ ਵੀ ਪ੍ਰੇਮਾ ਭਗਤੀ ਨਾ ਦ੍ਰਿੜ ਕਰਵਾਈ। ਮੈਂ ਹੁਣ ਤੈਨੂੰ ਦੁਨੀਆ ਦੇ ਉੱਪਰ ਭੇਜ ਰਿਹਾ ਆਪਣਾ ਪੁੱਤਰ ਬਣਾ ਕਰਕੇ, ਆਪਣੀ ਸਾਰੀ ਸ਼ਕਤੀ ਦੇ ਕਰਕੇ ਤੈਨੂੰ ਮੈਂ ਦੁਨੀਆ ਦੇ ਉੱਪਰ ਭੇਜ ਰਿਹਾ ਹਾਂ, ਔਰ ਤੂੰ ਜਾ ਕਰਕੇ ਧਰਮ ਦਾ ਸਥਾਪਨ ਕਰ, ਧਰਮ ਦਾ ਰਾਜ ਚਲਾ, ਔਰ ਤੀਸਰਾ ਖਾਲਸਾ ਪੰਥ ਪੈਦਾ ਕਰਨਾ ਹੈ ਪਰਉਪਕਾਰ ਵਾਸਤੇ, ਜੋ ਦੂਸਰਿਆਂ ਦੀ ਰਾਖੀ ਕਰੇ, ਆਪਣੇ ਸਵਾਰਥ ਉੱਚਾ ਉੱਠ ਕੇ ਦੂਸਰਿਆਂ ਵਾਸਤੇ ਜਿਹੜਾ ਕੁਰਬਾਨੀਆਂ ਦੇਵੇ, ਇਹੋ ਜਿਹਾ ਖਾਲਸਾ ਤੀਸਰਾ ਪੰਥ ਪੈਦਾ ਕਰਨਾ ਹੈ। ਮੈਂ ਆਪਣਾ ਸੁੱਤੋ ਹੈ ਨਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ, ਜਾਏ ਤਹਾਂ ਤੈ ਧਰਮ ਚਲਾਏ, ਕਬੁੱਧ ਕਰਮ ਤੇ ਲੋਕ ਹਟਾਏ, ਜਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨ ਮੰਗ। ਇਹ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਧਾਰਨ ਦਾ ਪ੍ਰਯੋਜਨ। ਸਾਧ ਸੰਗਤ ਜੋ 8 ਦੀਵਾਨ ਤੁਹਾਡੇ ਇਸ ਇਲਾਕੇ ਮਨਵੀ ਦੀ ਸੰਗਤ ਨੂੰ ਸਤਿਗੁਰਾਂ ਦੀ ਕਿਰਪਾ, ਮਹਾਂਪੁਰਖ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲੇ ਨੇ, ਉਹਨਾਂ ਦੀ ਬਖਸ਼ ਦੁਆਰਾ ਤੁਹਾਡੇ ਇਸ ਇਲਾਕੇ ਨੂੰ ਇਹ ਦਿਨ ਜਿਹੜੇ ਹਨ ਨਸੀਬ ਹੋਏ ਹਨ ਸਤਸੰਗ ਕਰਨ ਦੇ, ਆਤਮ ਆਨੰਦ ਮਾਣਦੇ ਬੈਠੇ ਹੋ। ਜੇ ਟਾਈਮ ਬਹੁਤ ਆ, ਅਸੀਂ ਟਾਈਮ ਤੋਂ ਉੱਪਰ ਨਹੀਂ ਜਾਂਦੇ, ਜੋ ਟਾਈਮ ਉਸੇ ਵਿੱਚ ਹੀ ਰਹਿਣਾ ਹੈ। ਸੋ ਜਿੰਨਾ ਚਿਰ ਅਰਦਾਸ ਹੁਕਮਨਾਮਾ ਲੈ ਕੇ ਮਹਾਰਾਜ ਦੀ ਸਵਾਰੀ ਨਹੀਂ ਜਾਂਦੀ ਆਪਣੇ ਥਾਂ ਤੇ, ਉਹਨਾਂ ਚਿਰ ਸਭ ਨੇ ਬੈਠੇ ਰਹਿਣਾ, ਟੁੱਟਣ ਨਹੀਂ ਦੇਣੀ। ਉਹਨਾਂ ਦੇ ਹੁਕਮ ਦੇ ਵਿੱਚ ਇਹ ਤੁਹਾਨੂੰ ਮਹਾਰਾਜ ਦੀ ਬਖਸ਼ਿਸ਼ ਹੋਈ। ਦੂਸਰਾ ਦਿਨ ਅੱਜ ਥੋੜੇ ਸਮੇਂ ਤੋਂ ਬਾਅਦ ਸਮਾਪਤ ਹੋ ਰਿਹਾ, ਹੁਕਮਨਾਮੇ ਤੋਂ ਬਾਅਦ, ਔਰ ਕੱਲ ਮਾਘੀ ਦਾ ਦਿਹਾੜਾ ਹੈ। ਮਾਘ ਦਾ ਮਹੀਨਾ ਬੜਾ ਪਵਿੱਤਰ ਮਹੀਨਾ ਮੰਨਿਆ ਭਜਨ ਪਾਠ ਦਾਨ ਪੁੰਨ ਕਰਨ ਦਾ। ਲੱਖਾਂ ਰੁਪਏ ਲੋਕ ਦਾਨ ਕਰ ਦਿੰਦੇ ਹਨ ਇਸ ਦਿਨ ਦੇ ਉੱਪਰ ਤੀਰਥਾਂ ਤੇ ਜਾ ਕੇ, ਪਰ ਤੁਹਾਨੂੰ ਸਤਿਗੁਰੂ ਮਹਾਰਾਜ ਨੇ ਘਰ ਵਿੱਚ ਹੀ ਤੀਰਥ ਬਣਾ ਦਿੱਤਾ ਹੈ। ਸਭ ਤੋਂ ਸ਼੍ਰੋਮਣੀ ਤੀਰਥ ਹੈ ਸਤਸੰਗ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮੇਲਿਆਂ ਦੇ ਉੱਪਰ ਧੁੱਪ ਧੂੜ ਧੱਕੇ ਹੁੰਦੇ ਹਨ, ਪਰ ਤੁਹਾਨੂੰ ਸਤਸੰਗ ਦਾ ਸਮਾਂ ਮੌਲਕ ਪ੍ਰਾਪਤ ਹੋਇਆ ਹੈ। ਸੋ ਇਸ ਤੋਂ ਪੂਰਾ ਲਾਭ ਲੈਣਾ ਹੈ। ਲਾਭ ਲੈਣਾ ਇਸ ਤੋਂ, ਆਪਣਾ ਸਮਾਂ ਬਰਬਾਦ ਨਹੀਂ ਕਰਨਾ ਵੀ ਅੱਜ ਬੱਕਰੇ ਸ਼ੱਕਰੇ ਵਾਲਿਆਂ ਦੀ ਸੰਗਤ ਨਹੀਂ ਕਰਨੀ, ਆਪਣੇ ਮਨੁੱਖਾ ਜਨਮ ਨੂੰ ਸਫਲਿਆ ਕਰਨਾ। ਇਸ ਪਿੱਤਰ ਦਿਹਾੜੇ ਨੂੰ ਵਿਗਾੜਨਾ ਨਹੀਂ, ਸਮਾਰਨਾ ਹੈ। ਇਸ ਤੋਂ ਲਾਹਾ ਲਓ, ਸਗੋਂ ਪੜ੍ਹਨ ਕਰੋ। ਮਾਘ ਦੇ ਮਹੀਨੇ ਤੋਂ ਪਾਠ ਸ਼ੁਰੂ ਕਰੋ। 40 ਦਿਨ ਮੂਲ ਮੰਤਰ ਦੇ ਪਾਠ, ਬਹੁਤ ਸਾਰੇ ਪ੍ਰੇਮੀਆਂ ਨੇ 40 ਕਰਦੇ ਹਨ, 40 ਦਿਨ। ਕੋਈ ਕਿਸੇ ਬਾਣੀ ਦਾ ਨਿਤਨੇਮ, ਕੋਈ ਕਿਸੇ ਹੋਰ ਬਾਣੀ ਦਾ ਨਿਤਨੇਮ ਕਰਦੇ, 40 ਦਿਨ ਇਉਂ ਬਾਣੀ ਨਾਲ ਨਿਤਨੇਮ ਹੋ ਜਾਂਦਾ ਹੈ। ਆਪਣੇ ਨਿਤਨੇਮ ਸ਼ੁਰੂ ਕਰੋ ਸਗਰਾਂਦ ਤੋਂ, ਅੱਜ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਸਣਕੇ ਸੀ ਇਸ਼ਨਾਨ ਕਰਕੇ, ਔਰ 100 ਮਹੀਨਾ ਪਰ ਕੋਈ 32 ਮਾਲਾ ਮੂਲ ਮੰਤਰ ਦੀਆਂ ਕਰਦਾ ਹੈ।
ਕੋਈ ਗੁਰਸਿੱਖ ਚੌਪਈ ਦੇ ਪਾਠ ਕਰਦੇ ਹਨ, ਕਿਸੇ ਹੋਰ ਬਾਣੀ ਦਾ ਸ਼ਬਦਾਂ ਦਾ ਪਾਠ ਕਰਕੇ ਇਹਨੂੰ ਆਪਣਾ ਨਿਤਨੇਮ ਬਣਾਉਂਦੇ ਹਨ, ਨਾ ਕਿ ਆਪਣਾ ਇਸ ਮੌਲਿਕ ਸਮੇਂ ਨੂੰ ਵਿਅਰਥ ਗਵਾਉਣਾ, ਖਰਾਬ ਕਰਨਾ, ਨਰਕ ਰੂਪ ਬਣਾਉਣਾ ਹੈ। ਸੋ ਕੱਲ ਵੀ ਸੁਣਾਇਆ ਸੀ, ਇਸ ਮਾਘੀ ਦੇ ਨਾਲ ਸਾਡਾ ਇਤਿਹਾਸ ਜੁੜਿਆ ਹੈ ਮੁਕਤਸਰ ਦਾ, 40 ਮੋਤਿਆਂ ਦਾ। ਕੱਲ ਨੂੰ ਮੁਕਤਸਰ ਦਾ ਇਤਿਹਾਸ 40 ਮੋਤਿਆਂ ਦਾ, ਜਿਵੇਂ ਉਹਨਾਂ ਗੁਰਸਿੱਖਾਂ ਨੇ ਕੁਰਬਾਨੀ ਕੀਤੀ, ਲਿਖਿਆ ਹੋਇਆ ਬਦਾਵਾ ਦੁਬਾਰਾ ਪੜਵਾਇਆ। ਪਰ ਅਸੀਂ ਤਾਂ ਬਦਾਵੇ ਨੂੰ ਪੜਵਾਉਂਦੇ ਹੀ ਨਹੀਂ। ਇੱਕ ਵਾਰ ਦਾੜੀ ਮਨਾ ਲੈਂਦੇ ਹਾਂ, ਪਰ ਫਿਰ ਸਾਰੀ ਉਮਰ ਮਨਾਈ ਹੀ ਜਾਂਦੇ ਹਾਂ। ਕਦੇ ਕੈਂਚੀ ਦਾ ਤਿਆਗ ਹੀ ਨਹੀਂ ਕਰਦੇ, ਜਾਂ ਉੱਥੇ ਆਪਣੇ ਬੈਠ ਕੇ ਦੂਸਰਿਆਂ ਦੇ ਮੂਹਰੇ ਆਪਣਾ ਮੂੰਹ ਕਰ ਦਿੰਦੇ ਹਨ। ਉਹ ਤਾਂ ਫਿਰ ਹੀ ਵੱਡੇ ਭਾਗਾਂ ਵਾਲੇ ਕੁਰਬਾਨੀਆਂ ਦੇ ਕੇ ਬਦਾਵਾ ਲਿਖਿਆ ਪੜਵਾ ਲਿਆ। ਅਸੀਂ ਤਾਂ ਪੜਵਾਉਂਦੇ ਨਹੀਂ, ਸਾਰੀ ਉਮਰ ਨਗੁਰੇ ਹੀ ਮਰ ਜਾਂਦੇ ਹਾਂ, ਨਗੁਰੇ ਹੀ ਮਰ ਜਾਂਦੇ ਹਾਂ। ਨਗੁਰੇ ਦਾ ਨਾਂ ਲੈਣਾ ਬੜਾ ਬੁਰਾ ਹੈ, ਨਗੁਰੇ ਨੂੰ ਕਿਤੇ ਥਾਂ ਨਹੀਂ ਮਿਲਦਾ। ਆਓ ਗੁਰੂ ਵਾਲੇ ਬਣੋ, ਆਪਣੇ ਲਿਖੇ ਹੋਏ ਬਦਾਵੇ ਨੂੰ ਪੜਵਾਓ। ਇਹ ਅਮੋਲਕ ਦਾਤ ਕਲਗੀਆਂ ਵਾਲੇ ਦੀ ਸਰਦਾਰੀ, ਇਸ ਨੂੰ ਕੈਂਚੀ ਦੀ ਭੇਟਾ ਨਾ ਸਾਰੀ ਉਮਰ ਕਰਕੇ ਸੁੱਟੀ ਜਾ ਅਮੋਲਕ ਦਾਤ ਨੂੰ। ਆਓ ਸੰਭਾਲੋ ਇਸ ਨੂੰ, ਸਰਦਾਰੀ ਨੂੰ। ਕਲਗੀਆਂ ਵਾਲੇ ਦੇ ਸਪੁੱਤਰ ਬਣੋ, ਸਪੁੱਤਰ ਬਣੋ ਕਲਗੀਆਂ ਵਾਲੇ ਤੋਂ, ਬੇਮੁਖ ਨਾ ਹੋਵੋ। ਉਹ ਬੇਮੁਖ ਨੂੰ ਕਿਤੇ ਥਾਂ ਨਹੀਂ ਮਿਲਦਾ। ਸੋ ਇਉਂ ਜੋ ਜ਼ਰੂਰੀ ਗੱਲਾਂ ਹਨ ਭਾਈ ਸਾਹਿਬ ਗੁਰਮੁਖ ਪਿਆਰੇ ਦੱਸ ਵੀ ਦਿੱਤੀਆਂ ਹਨ ਕਿ ਅਰਦਾਸ ਹੋਣ ਤੋਂ ਬਾਅਦ ਸਤਿਗੁਰਾਂ ਦੀ ਜਾਂ ਸਵਾਰੀ ਆਪਣੇ ਸਥਾਨ ਤੇ ਪਹੁੰਚ ਜਾਓ। ਮਗਰੇ ਸੰਗਤਾਂ ਨੇ ਜਾਣਾ ਹੈ, ਪਹਿਲੇ ਨਹੀਂ ਉੱਠਣ ਦੀ ਖੇਚਲ ਕਰਿਆ ਕਰਨੀ। ਸੋ ਇਹ ਸੁਭਾਅ ਬਣਾਓ ਰੋਜ਼ ਸਿੱਖਣ ਦਾ। ਸੋ ਕਿਸੇ ਨੇ ਬੋਲਣਾ ਨਹੀਂ, ਵਾਹਿਗੁਰੂ ਵਾਹਿਗੁਰੂ ਕਰਦੇ ਆਇਆ ਕਰੋ, ਪਾਠ ਕਰਦੇ ਹੀ ਜਾਇਆ ਕਰੋ, ਗੱਲਾਂ ਬਾਤਾਂ ਕਰਕੇ ਸਮਾਂ ਵਿਅਰਥ ਨਾ ਗਵਾਓ। ਔਰ ਅਮੋਲਕ ਸਮਾਂ ਹੈ, ਇਹ ਬੜਾ ਪਵਿੱਤਰ ਸਮਾਂ ਹੈ ਜੋ ਤੁਹਾਨੂੰ ਪ੍ਰਾਪਤ ਹੋਇਆ ਹੈ, ਇਸ ਤੋਂ ਪੂਰਾ ਪੂਰਾ ਲਾਭ ਉਠਾਓ। ਧਨ ਹੈ, ਧਨ ਹੈ, ਧਨ ਹੈ ਗੁਰੂ ਨਾਨਕ